ਇਹ ਸਾਡੇ ਸੁੱਤੇ ਰਹੇ, ਬਲਕਿ ਇੱਥੇ ਦੀਆਂ ਫਲਾਈਟਾਂ ਸਾਡੇ ਬੱਚਿਆਂ ਤੋਂ 3-3 4-4 ਗੁਣਾ ਜ਼ਿਆਦਾ ਜਿਹੜੇ ਟਿਕਟ ਸੀ 에ਅਰ ਟਿਕਟ ਉਹਨਾਂ ਦੇ ਪੈਸੇ ਗ੍ਰਾਹੀ ਕਰਦੇ ਨੇ। ਜਿਹੜੇ ਸਟੂਡੈਂਟ ਤਾਂ ਹੈਂਡ ਟੂ ਮਾਊਥ ਹੁੰਦਾ ਹੈਗਾ, ਉਹਦੇ ਕੋਲ ਪੈਸਾ ਨਹੀਂ ਹੁੰਦਾ, ਕੋਈ ਟੌਰਚਰ ਕੀਤਾ ਗਿਆ ਤੇ ਇਹਨਾਂ ਨੇ ਆਪਣੀ ਗੈਰ ਜ਼ਿੰਮੇਵਾਰੀ ਦਿਖਾਈ ਹੈ। ਇਹ ਆਪਣੀ ਸੱਤਾ ਪ੍ਰਾਪਤ ਕਰਨ ਦੀਆਂ ਇਲੈਕਸ਼ਨਾਂ 'ਚ ਲੱਗੇ ਰਹੇ ਨੇਗੇ। ਹੁਣ ਇਹਨਾਂ ਨੇ 4 ਵਜ਼ੀਰ ਭੇਜੇ ਹੈਗੇ ਹੈ, ਉਹਨੂੰ ਪੋਲੀਟੀਕਲਾਈਜ਼ ਕੀਤਾ ਜਾ ਰਿਹਾ ਹੈਗਾ, ਉੱਥੇ ਪੋਲੀਟੀਕਲ ਡਰਾਮੇ ਕੀਤੇ ਜਾ ਰਹੇ ਨੇ। ਇਹ ਮੋਦੀ ਸਾਹਿਬ ਦੇ ਕਹਿਣ ਤੇ ਹੈ, ਮੋਦੀ ਸਾਹਿਬ ਦੇ ਕਹਿਣ ਤੇ ਹੈ। ਕੈਪਟਨ ਦੀ ਸਰਕਾਰ ਨੂੰ ਲੋਕਾਂ ਨੇ ਲਾਈਕ ਨਹੀਂ ਕੀਤਾ, ਪਸੰਦ ਨਹੀਂ ਕੀਤਾ ਬਾਹਲਾ, ਤੇ ਚੰਨੀ ਦੀ ਸਰਕਾਰ ਨੂੰ 80% ਲੋਕਾਂ ਨੇ ਪਸੰਦ ਕੀਤਾ ਕਿ ਇੰਨੇ ਥੋੜ੍ਹੇ ਸਮੇਂ 'ਚ ਆਹ ਸਾਰਾ ਕੁਝ ਕੀਤਾ। ਵੱਖਰੀ ਕਿਸਮ ਦੀ ਇਲੈਕਸ਼ਨ ਹੈ, ਇੱਥੇ ਕਿਸੇ ਨੂੰ ਕਲੈਰਿਟੀ ਨਹੀਂ ਜੀ ਆ ਰਹੀ। ਹਰ ਇੱਕ ਨੂੰ ਲੱਗਦਾ ਇੱਥੋਂ ਠੀਕ ਹੈ, ਇੱਥੋਂ ਗਲਤ ਆ। ਉਹਨਾਂ ਦੇ ਇਹ ਰੁਕ ਨਹੀਂ ਰਹੇ ਧੱਕੇ ਕਰਨ 'ਚ। ਜਿਹੜੀ ਹੈਗੀ ਬੀਜੇਪੀ ਸਰਕਾਰ ਆਪਦੇ ਸੱਤਾ 'ਚ ਅੰਨੇ ਹੋ ਕੇ ਇਹ ਰੁਕ ਨਹੀਂ ਰਹੀ ਪੰਜਾਬ ਦੇ ਨਾਲ ਖਿਲਵਾੜ ਕਰਨ ਤੋਂ, ਸਾਡੇ ਤੇ ਹੱਕਾਂ ਤੇ ਛਾਪਾ ਮਾਰਨ ਤੋਂ। ਇਸ ਤੋਂ ਤਾਂ ਕੋਈ ਗਲਤਫਹਿਮੀ ਤੇ ਸ਼ੱਕ ਰਹਿ ਹੀ ਨਹੀਂ ਗਿਆ। ਇਹ ਤਾਂ ਪੂਰਾ ਕਲੈਰਿਟੀ ਹੈ ਕਿ ਇਹਨਾਂ ਨੂੰ ਆਪਦੀ ਵੋਟ ਵਾਸਤੇ, ਵੋਟ ਬਦਲਣ ਲਈ ਅੰਦਰ ਪਹਿਲਾਂ ਲੈ ਕੇ ਬਾਹ ਮਰੋੜ ਕੇ ਫੈਸਲਾ ਕਰਾ ਕੇ ਆਪਣੇ ਧਰਮ ਦਾ, ਧਾਰਮਿਕ ਡੇਰੇ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਚੁਣਾਵ ਨਤੀਜਿਆਂ ਨੂੰ ਮਹਿਜ਼ ਹੁਣ ਕੁਝ ਦਿਨ ਰਹਿ ਚੁੱਕੇ ਨੇ। ਦੁਗਦਗੀ ਜ਼ਰੂਰ ਹੋ ਰਹੀ ਨਹੀਂ ਸਾਰੇ ਉਮੀਦਵਾਰਾਂ ਦੀ। ਕਿਆ ਫੈਸਲਾ ਪੰਜਾਬ ਦੀ ਜਨਤਾ ਨੇ ਇਸ ਵਾਰ ਦਿੱਤਾ ਹੈ ਤਾਂ ਹੁਣ 10 ਮਾਰਚ ਨੂੰ ਕਲੀਅਰ ਹੋ ਜਾਏਗਾ। ਸਾਡੇ ਨਾਲ ਇਸ ਵੇਲੇ ਗੱਲ ਕਰਨ ਦੇ ਲਈ ਬੜੇ ਸੀਨੀਅਰ ਆਗੂ ਰਜਿੰਦਰ ਕੌਰ ਪੱਠਲ ਮੈਮ ਮੌਜੂਦ ਹੈ। ਮੈਮ ਵੈਲਕਮ ਟੂ ਦ ਰੋਜ਼ਾਨਾ ਸਪੋਕਸਮੈਨ। ਦੁਗਦਗੀ ਜ਼ਰੂਰ ਹੈ, ਸੀਐਮ ਰਹਿ ਚੁੱਕੇ ਹੋ, ਹਾਲਾਂਕਿ ਬਹੁਤ ਲੰਬਾ ਸਿਆਸੀ ਤੁਹਾਡਾ ਕਰੀਅਰ ਹੈ, ਐਡਾ ਕੋਈ ਡਰ ਨਹੀਂ, ਲੇਕਿਨ ਫਿਰ ਵੀ ਇੱਕ ਜ਼ਰੂਰ ਹੁੰਦਾ ਹੈ। ਕਿਵੇਂ ਸੋਚ ਰਹੇ ਹੋ ਇਸ ਵਾਰ? ਦੇਖੋ, ਮੈਂ ਇਹਦੇ ਮੇਰਾ ਇਲੈਕਸ਼ਨ ਦੇ ਰਿਜ਼ਲਟ ਬਾਰੇ ਜਾਂ ਹੋਰ ਬਾਰੇ ਮੈਂ ਕੋਈ ਬਾਹਲੀ ਇਹਦੇ ਬਾਰੇ ਮੈਨੂੰ ਕੋਈ ਸੋਚ ਵੀ ਨਹੀਂ, ਨਾ ਮੈਨੂੰ ਕੋਈ ਡਰ ਹੈ ਤੇ ਨਾ ਕੋਈ ਸ਼ੌਕ ਹੈ। ਕਾਰਨ ਹੈ ਇਸ ਦਾ ਕਿ ਪਿਛਲੀ ਇਲੈਕਸ਼ਨ ਮੈਂ ਸਮਝਦੀ ਸੀ ਕਿ ਮੇਰੀ ਲਾਸਟ ਇਲੈਕਸ਼ਨ ਹੈ। ਉਹਦੇ ਵਿੱਚ ਜੋ ਹੋਇਆ ਮੰਦਭਾਗਾ ਹੋਇਆ, ਉਹਦਾ ਕੀ ਕਾਰਨ ਸੀ, ਉਹ ਕਾਰਨ ਵੱਖਰੇ ਹੈ। ਮੈਨੂੰ ਮੇਰੇ ਲੋਕਾਂ 'ਤੇ ਕੋਈ ਨਾਰਾਜ਼ਗੀ ਨਹੀਂ ਹੈ। ਮੇਰੇ ਲੋਕਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ, ਡਟ ਕੇ ਦਿੱਤਾ। ਲੇਕਿਨ ਮੇਰੇ ਓਪੋਨੈਂਟਸ ਜਿਹੜੇ ਉਹ ਇੰਨੇ ਸਟਰੋਂਗ ਰੂਪ 'ਚ ਸਟਰੋਂਗ ਸਾਧਨ ਲੈ ਕੇ ਉੱਥੇ ਆਏ, ਜਿਨ੍ਹਾਂ ਨੇ ਮਿਸਯੂਜ਼ ਕੀਤਾ ਆਪਣੇ ਸਾਧਨਾਂ ਦਾ ਤੇ ਆਪਣੀ ਵੋਟ ਕੈਚ ਕਰਨ ਦੇ ਤੌਰ ਤਰੀਕੇ ਜਿਹੜੇ ਸੀਗੇ ਵਰਤੇ, ਡੇਰਿਆਂ ਦੀਆਂ ਜਾਂ ਹੋਰ ਵੋਟਾਂ, ਉਹਨਾਂ ਲੈ ਕੇ ਉਹਨਾਂ ਨੇ ਮੈਂ ਹਾਰ ਗਈ ਪਿਛਲੀ ਵਾਰ, ਨਹੀਂ ਜਿੱਤ ਸਕੀ। ਲੇਕਿਨ ਮੈਂ ਉਸੇ ਦਿਨ ਤੋਂ ਹੀ ਆਪਣਾ ਮਨ ਫੈਸਲਾ ਕਰ ਲਿਆ ਸੀ ਆ ਕੇ ਕਿ ਬਹੁਤ ਲੋਕ ਸੇਵਾ ਮੈਂ ਕਰ ਲਈ ਹੈ। ਜਿੰਨਾ ਕੁਛ ਅੱਜ ਲਹਿਰੇਗਾ ਕਿ ਹਲਕੇ 'ਚ ਵੱਡੇ ਤੋਂ ਵੱਡੇ ਪ੍ਰੋਜੈਕਟ ਪਹਿਲੇ ਲਿਆਂਦੇ, ਮੈਂ ਚੈਲੰਜ ਕਰ ਸਕਦੀ ਹਾਂ ਸਾਰੀਆਂ ਹੀ ਵਿਰੋਧੀ ਪਾਰਟੀਆਂ ਦੇ ਲੋਕਾਂ ਨੂੰ ਕਿ ਉਹਨਾਂ ਦਾ 1% ਵੀ ਉਹ ਲਿਆ ਨਹੀਂ ਸਕੇ। ਮੈਂ ਸਾਰੇ ਲੋਕਾਂ ਨੂੰ ਤਾਂ ਰੱਬ ਵੀ ਨਹੀਂ ਖੁਸ਼ ਕਰ ਸਕਿਆ, ਨਾ ਮੈਂ ਕਰ ਸਕਦੀ ਹਾਂ। ਅਤੇ ਲੇਕਿਨ ਮੈਂ ਆਪਣੀ ਆਤਮਿਕ ਤੌਰ 'ਤੇ ਸੀ ਕਿ ਮੈਂ ਜੋ ਨਾ ਕੀਤਾ ਮੈਂ ਕਰ ਚੁੱਕੀ ਹਾਂ, ਅਤੇ ਹੁਣ ਮੈਨੂੰ ਸਿਆਸਤ ਤੋਂ ਪਾਸੇ ਹਟਣਾ ਚਾਹੀਦਾ ਹੈ। ਤਾਂ ਹੀ ਤੁਹਾਡੇ ਲੋਕ ਕਈ ਵਾਰੀ ਸਵਾਲ ਕਰਦੇ ਆ ਕਿ ਤੁਸੀਂ ਗਾਇਬ ਸੀ, ਆਹ ਸੀ, ਆਹ ਸੀ। ਮੈਂ ਸਿਆਸਤ ਛੱਡ ਚੁੱਕੀ ਸੀ। ਮੈਂ ਆਪਣੀ ਸੋਸ਼ਲ ਅਤੇ ਪੋਲੀਟੀਕਲ ਅਤੇ ਪਰਸਨਲ ਜ਼ਿੰਦਗੀ ਜਿਹੜੀ ਆਪਣੇ ਪਰਿਵਾਰਾਂ 'ਚ ਬੀਤੀਆਂ, ਉਹਨਾਂ ਵਾਲੇ ਪਾਸੇ ਆਉਣਾ ਚਾਹੁੰਦੀ ਸੀ। ਲੇਕਿਨ ਮੈਨੂੰ ਪਾਰਟੀ ਦਾ ਹੁਕਮ ਹੋਇਆ ਹੁਣ ਲੜਨ ਵਾਸਤੇ। ਹਾਲਾਂਕਿ 70 ਸਾਲ ਦੀ ਏਜ ਤੋਂ ਉੱਪਰ ਹੋਰ ਕਿਸੇ ਨੂੰ ਲੜਾਇਆ ਵੀ ਨਹੀਂ ਗਿਆ ਇਲੈਕਸ਼ਨ। ਮੈਨੂੰ ਹੀ ਜੋ ਆਰਡਰ ਮੇਰੀ ਪਾਰਟੀ ਵੱਲੋਂ ਮਿਲਿਆ ਅਤੇ ਉੱਥੇ ਉਹਨਾਂ ਨੇ ਮੇਰੀ ਡਿਊਟੀ ਲਾਈ। ਮੈਂ ਆਪਣੀ ਪਾਰਟੀ ਲਈ ਹਮੇਸ਼ਾ ਅੱਗੇ ਰਹੀ ਹਾਂ, ਆਪਣੀ ਡਿਊਟੀ ਨਿਭਾ ਕੇ ਆਈ ਹਾਂ। ਕੀ ਹੋਣਾ ਨਹੀਂ ਹੋਣਾ ਕੋਈ ਮੇਰਾ ਇਹਦੇ ਵਿੱਚ ਬਾਹਲਾ ਇਹ ਨਹੀਂ ਹੈਗਾ ਕਿ ਮੈਨੂੰ ਵੀ ਐਂ ਹੋ ਜੂਗਾ, ਉਹ ਹੋ ਜੂ। ਜੋ ਹੋਣਾ ਹੋ ਜਾਣਾ ਹੈਗਾ। ਐਡੇ ਸਦਮੇ ਦੇਖ ਚੁੱਕੇ ਹਾਂ, ਇੰਨੀਆਂ ਖੁਸ਼ੀਆਂ ਅਤੇ ਇੰਨੀਆਂ ਪਾਵਰਾਂ ਪੋਸਟਾਂ ਦੇਖ ਚੁੱਕੇ ਹਾਂ, ਅਤੇ ਹੁਣ ਕਿਸੇ ਚੀਜ਼ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਰਹੀ ਮੇਰੇ ਲਈ। ਤੁਸੀਂ ਡੇਰੇ ਦੀ ਗੱਲ ਆਖੀ, ਇਸ ਬਾਰ ਲਾਸਟ ਮੂਮੈਂਟ ਪਰ ਜਿਵੇਂ ਰਾਮ ਰਹੀਮ ਬਾਹਰ ਆਉਂਦੇ ਨੇ, ਇੱਕਦਮ ਤੋਂ ਫਰਮਾਨ ਜਾਰੀ ਕਰਦੇ ਨੇ, ਕਿਉਂਕਿ ਅਕਸਰ ਡੇਰੇ ਦਾ ਬੜਾ ਪ੍ਰਭਾਵ ਚੋਣਾਂ ਵਿੱਚ ਅਕਸਰ ਦਿਖਦਾ ਰਿਹਾ ਹੈ। ਭਾਜਪਾ ਸਰਗਰਮ ਹੋਈ ਆਖਰੀ ਸਮੇਂ ਦੇ ਵਿੱਚ ਆ ਕੇ ਵੱਡੇ ਵੱਡੇ ਲੀਡਰ ਮੋਦੀ, ਅਮਿਤ ਸ਼ਾਹ, JP ਨੱਡਾ, ਮਤਲਬ ਕਹਿ ਸਕਦੇ ਪੂਰੀ ਲੀਡਰਸ਼ਿਪ ਉਰੇ ਆ ਕੇ ਬੈਠ ਗਈ, ਜ਼ੋਰ ਪੂਰਾ ਲਗਾਇਆ ਉਹਨਾਂ ਨੇ। ਕਿਵੇਂ ਤੁਸੀਂ ਦੇਖਦੇ ਹੋ ਕਿ ਕਿਆ ਪੰਜਾਬ ਦੇ ਲੋਕਾਂ ਦੇ ਉੱਪਰ ਜਾਂ ਇਨ ਚੀਜ਼ਾਂ ਦਾ ਅਸਰ ਹੁਣ ਵੀ ਦੇਖਣ ਨੂੰ ਮਿਲਦਾ ਹੈ ਜਾਂ ਅਸਰ ਦੇਖਣ ਨੂੰ ਮਿਲੇਗਾ? ਕਿਉਂਕਿ ਅਸੀਂ ਆਖਰੀ ਦਿਨ ਦੇਖਿਆ ਸੀ, ਜਿਵੇਂ ਗੱਲ ਕਹੀ ਜਾ ਰਹੀ ਸੀ ਕਿ ਫਰਮਾਨ ਜਾਰੀ ਹੋ ਚੁੱਕਿਆ ਹੈ ਕਿ ਵੋਟ ਇਸ ਪਾਸੇ ਪਾਣੀ ਹੈ। ਦੇਖੋ, ਇਹ ਇੱਕ ਬਹੁਤ ਵੱਡਾ ਸੀਰੀਅਸ ਮੁੱਦਾ ਹੈ, ਕਿਉਂਕਿ ਆਮ ਤੌਰ 'ਤੇ ਸਾਡੇ ਸੰਵਿਧਾਨ ਦੇ ਵਿੱਚ ਜਿਵੇਂ ਅਕਾਲੀ ਦਲ ਦਾ ਇੱਕ ਇਹਨਾਂ ਦਾ ਹੋਰ ਅਕਾਲੀ ਦਲ ਹੈ ਜਿਹੜਾ ਸਹਿਜਧਾਰੀ ਸਿੱਖ ਅਤੇ ਸਿੱਖਾਂ ਦੇ ਐਕਟ ਦੇ ਮੁਤਾਬਕ ਕਿ ਧਰਮ ਵਾਲੀ ਪਾਰਟੀ ਹੈ ਜਿਹੜੀ ਉਹ ਆਪਣਾ ਮੇਨ ਇਲੈਕਸ਼ਨ ਲੜਨ ਵਾਸਤੇ ਉਹਨੂੰ ਸੰਵਿਧਾਨ ਦੇ ਵਿੱਚ ਹੈਗੀ ਹੈ, ਛੋਟ ਨਹੀਂ ਕੀਤਾ ਜਾਣਾ ਚਾਹੀਦਾ। ਇਹ ਕੋਰਟ 'ਚ ਵੀ ਕੇਸ ਚੱਲਦਾ ਹੈਗਾ। ਇਸੇ ਤਰ੍ਹਾਂ ਜਿਹੜਾ ਇੱਥੇ ਸਿਆਸਤ ਦਾ, ਧਰਮ ਦਾ, ਨਾਮ ਦਾ, ਸਾਡੇ ਫੋਟੋ ਪੋਸਟਰ ਵੀ ਨਹੀਂ ਲਾਉਣ ਦਿੰਦੇ ਕਈ ਵਾਰੀ ਕਿਸੇ ਥਾਂ 'ਤੇ, ਗੁਰਦੁਆਰਿਆਂ 'ਚ ਅਨਾਊਂਸਮੈਂਟ ਵੀ ਨਹੀਂ ਕਰ ਸਕਦੇ ਜਾਂ ਭਾਸ਼ਣ ਨਹੀਂ ਕਰ ਸਕਦੇ। ਇੱਥੇ ਇੱਕ ਮੈਲ ਪ੍ਰੈਕਟਿਸ ਹੋਈ ਹੈ। ਧਾਰਮਿਕ ਤੌਰ 'ਤੇ ਉਹ ਡੇਰਾ ਹੈਗਾ, ਵੱਡਾ ਡੇਰਾ ਹੈ, ਔਰ ਉਹਦਾ ਵੋਟ ਬੈਂਕ ਹੈ,
ਔਰ ਉਹ ਵੋਟ ਬੈਂਕ ਜਿਵੇਂ ਪਿਛਲੀ ਵਾਰ ਕਹਿ ਕੇ ਕਿ ਵੱਖਰਾ ਕਰਤਾ ਸੀ, ਸਿਆਸੀ ਵਿੰਗ ਇੱਕ ਵੱਖਰਾ ਬਣਾਤਾ ਉਹਨਾਂ ਨੇ ਕਿ ਉਹਨਾਂ ਦੇ ਮੁਤਾਬਕ ਉਹ ਸਿਆਸੀ ਵਿੰਗ ਫੈਸਲੇ ਕਰਕੇ ਆਪਣੀ ਵੋਟ ਬੈਂਕ ਦੇ ਫੈਸਲੇ ਕਰਦੇ ਨੇ। ਲੇਕਿਨ ਇਸ ਵਾਰ ਇੱਕ ਇਹ ਸਾਰੀਆਂ ਚੀਜ਼ਾਂ ਇੱਕ ਡਰਾਮਾ ਸੀ, ਉਹਦਾ ਜਿਉਂਦਾ ਜਾਗਦਾ ਸਬੂਤ ਮਿਲ ਗਿਆ ਜਦੋਂ ਰਾਮ ਰਹੀਮ ਬਾਬਾ ਜਿਹੜੇ ਉਹਨਾਂ ਦੇ ਡੇਰੇ ਦੇ ਹੈਗੇ ਨੇ ਗੁਰੂ ਜੀ, ਉਹਨਾਂ ਨੂੰ ਪੈਰੋਲ ਤੇ ਲਿਆਂਦਾ ਗਿਆ। ਇਹਦੇ ਵੀ ਦੋ ਹਿੱਸੇ। ਪੈਰੋਲ ਤੇ ਲਿਆਉਣ ਤੋਂ ਪਹਿਲਾਂ ਉਹਨਾਂ ਨੂੰ ਜਿਸ ਤਰ੍ਹਾਂ ਪੰਚਕੂਲੇ ਦੀ ਕੋਰਟ ਵਿੱਚ ਜੋ ਉਹਨਾਂ ਦੇ ਪ੍ਰੇਮੀ ਕਹਿੰਦੇ ਆ ਕਿ ਧੋਖੇ ਨਾਲ ਲਿਜਾ ਕੇ ਸਾਈਨ ਨਹੀਂ ਕਰਨੇ ਆ, ਪ੍ਰੇਮੀਆਂ ਨੇ ਜਾਂ ਡੇਰੇ ਵਾਲਿਆਂ ਨੇ ਵਿਸ਼ਵਾਸ ਕੀਤਾ ਭਾਜਪਾ ਤੇ ਕਿ ਇਹ ਤੋਂ ਸਾਈਨ ਕਰਨੇ ਆ, ਇੱਕ ਤੁਹਾਡਾ ਕੇਸ ਹੈਗਾ, ਉਹ ਤੁਹਾਡਾ ਕੇਸ ਖਤਮ ਹੋ ਜਾਊਗਾ, ਸਾਈਨ ਕਰਨ ਆ ਜਾਓ, ਲੈ ਜਾਾਂਗੇ ਤੁਹਾਨੂੰ ਛੱਡ ਜਾਾਂਗੇ। ਉੱਥੋਂ ਜਾ ਕੇ ਉਹਨਾਂ ਨੇ ਆਪਣੇ ਕਬਜ਼ੇ 'ਚ ਕਰ ਲਿਆ। ਅੱਜ ਤੱਕ ਉਹ ਉਹਨਾਂ ਦੇ ਗੁਰੂ ਪਿਤਾ ਜੀ ਅੰਦਰ ਬੈਠੇ ਆ ਜੇਲ੍ਹ 'ਚ। ਤੇ ਹੁਣ ਉਹ ਜਦੋਂ ਲੋੜ ਪੈਂਦੀ ਹੈ, ਜਿਹਨੂੰ ਕਹਿੰਦੇ ਆ ਬਾਹ ਮਰੋੜ ਕੇ ਬਾਹਰ ਲੈ ਆਉਂਦੇ ਆ। ਜਿਹੜੀ ਪੈਰੋਲ ਹੈ, ਇਹ ਜੇ ਇਲੈਕਸ਼ਨ ਚਾਹੇ ਨਿਰਪੱਖਤਾ ਨਾਲ, ਇਹ ਮੈਲ ਪ੍ਰੈਕਟਿਸਿਸ ਉੱਪਰ ਇਹਨੂੰ ਇਸ ਪੁਆਇੰਟ ਨੂੰ ਲਿਆ ਜਾਣਾ ਚਾਹੀਦਾ ਹੈ। ਔਰ ਕੋਰਟ ਦੇ ਵਿੱਚ ਵੀ ਮੈਂ ਕਹਿੰਦੀ ਹਾਂ ਕੇਸ ਕੀਤੇ ਜਾਣੇ ਚਾਹੀਦੇ ਆ, ਕੁਛ ਜਥੇਬੰਦੀਆਂ ਨੂੰ ਕਰਨੇ ਚਾਹੀਦੇ ਆ। ਤੇ ਕਿਉਂਕਿ ਉਹਨਾਂ ਨੇ ਪੈਰੋਲ ਜਿਹੜੀ ਹੈ ਉਹ 3 ਥਾਵਾਂ ਤੇ ਮਿਲ ਸਕਦੀ ਹੈ, 3 ਕਾਰਨਾਂ ਕਰਕੇ ਮਿਲ ਸਕਦੀ ਹੈ। ਕਿਸੇ ਦੇ ਕੋਈ ਬਹੁਤ ਵੱਡਾ ਹਾਦਸਾ ਹੋ ਜਾਵੇ, ਜਾਂ ਕਿਸੇ ਦੇ ਕੋਈ ਬਹੁਤ ਵੱਡੀਆਂ ਖੁਸ਼ੀਆਂ ਦੇ ਮੌਕੇ ਜਿੱਥੇ ਜਿਹੜਾ ਕੈਦ 'ਚ ਬੈਠਾ ਉਹਦਾ ਫਰਜ਼ ਹੈ, ਜਾਂ ਬਾਪ ਜੇਲ੍ਹ 'ਚ ਹੈ ਉਹਦਾ ਫਰਜ਼ ਹੈ ਪੱਲਾ ਫੜਾਉਣਾ ਲੜਕੀ ਦਾ। ਤੇ ਇਸੇ ਤਰ੍ਹਾਂ ਨਾਲ ਜਾਂ ਕੋਈ ਬਹੁਤ ਸੀਰੀਅਸ ਬਿਮਾਰੀ ਆ ਜਾਂਦੀ ਹੈ। ਇਹ 3 ਕਾਰਨਾਂ 'ਚ ਪੈਰੋਲ ਹੁੰਦੀ ਹੈ। ਇਹ ਤਿੰਨੇ ਕਾਰਨ ਤਾਂ ਹੈ ਹੀ ਨਹੀਂ ਸੀ, 3 ਕਾਰਨਾਂ 'ਚੋਂ ਇੱਕ ਕਾਰਨ ਵੀ ਨਹੀਂ। ਫਿਰ ਪੈਰੋਲ ਕਾਹਦੀ? ਔਰ ਫਿਰ ਉਹ ਪੈਰੋਲ ਉਸ ਤੋਂ ਪਹਿਲਾਂ ਨਹੀਂ, ਜਿਹੜੀ ਹੁਣ ਦਿੱਤੀ ਗਈ ਪੂਰੀ ਇਲੈਕਸ਼ਨ ਜ਼ੈਡ ਸਿਕਿਉਰਿਟੀ ਦੇ ਕੇ ਇਲੈਕਸ਼ਨ ਤੋਂ ਪਹਿਲਾਂ ਪੈਰੋਲ ਤੇ ਬਾਹਰ ਆਉਣਾ, ਇਲੈਕਸ਼ਨ ਖਤਮ ਹੁੰਦੇ ਪੈਰੋਲ ਤੇ ਅੰਦਰ ਜਾਣਾ। ਇਸ ਤੋਂ ਤਾਂ ਕੋਈ ਗਲਤਫਹਿਮੀ ਤੇ ਸ਼ੱਕ ਰਹਿ ਹੀ ਨਹੀਂ ਗਿਆ। ਇਹ ਤਾਂ ਪੂਰਾ ਕਲੈਰਿਟੀ ਹੈ ਕਿ ਇਹਨਾਂ ਨੂੰ ਵੀ ਆਪਦੀ ਵੋਟ ਵਾਸਤੇ ਵੋਟ ਬਦਲਣ ਲਈ ਅੰਦਰ ਪਹਿਲਾਂ ਲੈ ਗਏ, ਫਿਰ ਬਾਹ ਮਰੋੜ ਕੇ ਫੈਸਲਾ ਕਰਾ ਕੇ ਆਪਣੇ ਧਰਮ ਦਾ ਧਾਰਮਿਕ ਡੇਰੇ ਦਾ ਇੱਕ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਹੈ ਬੀਜੇਪੀ ਨੇ, ਜਿਹਨਾਂ ਦੇ ਅਲਾਈਜ਼ ਨੇ। ਔਰ ਮੈਂ ਸਮਝਦੀ ਹਾਂ ਕਿ ਇਹਨਾਂ ਦੀਆਂ ਇਹ ਪਾਰਟੀਆਂ ਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ, ਜਿਨ੍ਹਾਂ ਨੂੰ ਇਸ ਤਰੀਕੇ ਦਾ ਇਹਨਾਂ ਨੇ ਬਾਹ ਮਰੋੜ ਕੇ ਫੈਸਲਾ ਲਿਆ। ਆਪਣੇ ਤੌਰ ਤੇ ਕੋਈ ਪ੍ਰੇਮੀ ਫੈਸਲਾ ਕਰਦੇ ਨੇ, ਆਪਣੇ ਤੌਰ ਤੇ ਰਾਜਨੀਤਿਕ ਵਿੰਗ ਕੋਈ ਫੈਸਲਾ ਕਰਦਾ ਕਰੇ, ਲੇਕਿਨ ਸਬੂਤ ਹੁਣ ਨਾਲ ਜੁੜ ਗਿਆ। ਰਾਜਨੀਤਿਕ ਵਾਲੀ ਕਮੇਟੀ ਵਾਲੇ ਕਰਦੇ, ਜੇ ਬਾਬਾ ਜੀ ਨੂੰ ਬਾਹਰ ਨਾਲ ਲਿਆਉਣ ਤਾਂ ਵੱਖਰੀ ਗੱਲ ਸੀਗੀ। ਉਹਨਾਂ ਨੂੰ ਬਾਹਰ ਲਿਆ ਕੇ ਉੱਥੋਂ ਐਲਾਨ ਕਰਾਇਆ, ਉਹਨਾਂ ਦੇ ਹੁਕਮ ਤੇ ਜਿਹੜੀ ਪੂਰੀਆਂ ਡੇਰੇ ਦੀਆਂ ਟੀਮਾਂ ਗਈਆਂ ਉੱਥੇ, ਉਹ ਜਿਹੜਾ ਹੈਗਾ ਉਹ ਇਤਰਾਜ਼ਯੋਗ ਹੈ। ਬਹੁਤ ਸੀਰੀਅਸ ਚੀਜ਼ ਹੈ ਇਹ। ਇਸ ਮੁੱਦੇ ਨੂੰ ਆਮ ਨਹੀਂ ਸਮਝਿਆ ਜਾਣਾ ਚਾਹੀਦਾ। ਚੁਣਾਵ ਤੋਂ ਬਾਅਦ ਇਹ ਮੁੱਦਾ ਭਖੇਗਾ, ਇਹ ਮੁੱਦਾ ਚੁੱਕਿਆ ਜਾਏਗਾ ਪਾਰਟੀਆਂ ਵੱਲੋਂ ਕਿ ਇਸ ਮੁੱਦੇ ਦੇ ਉੱਪਰ ਚਰਚਾ ਜਾਂ ਬਹਿਸ ਜਾਂ ਇਸ ਦੇ ਖਿਲਾਫ ਕੁਝ ਕੀਤਾ ਜਾਏਗਾ? ਕਿਉਂਕਿ ਹੁਣ ਤਾਂ ਦੇਖੋ ਰਿਜ਼ਲਟ ਆਣਾ ਮੈਮ, ਜ਼ਾਹਿਰ ਹੈ ਕਿ ਬਿਜ਼ੀ ਉਹਦੇ ਵਿੱਚ ਰਹਿਣ, ਲੇਕਿਨ ਰਿਜ਼ਲਟ ਤੋਂ ਬਾਅਦ ਜਦੋਂ ਪਾਰਟੀਆਂ ਸ਼ਪਥ ਗ੍ਰਹਿਣ ਕਰ ਲੈਣਗੀਆਂ, ਅਹੁਦੇ ਮਿਲ ਜਾਣਗੇ, ਕਿਆ ਇਸ ਮੁੱਦੇ ਨੂੰ ਚੁੱਕਿਆ ਜਾਏਗਾ? ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਹੈ ਕਿ ਸਾਡੀ ਜਿਵੇਂ ਧਰਮ ਨਿਰਪੱਖ ਪਾਰਟੀ ਹੈ, ਸੈਕੂਲਰ ਪਾਰਟੀ ਹੈ, ਸਾਰੇ ਧਰਮਾਂ ਦਾ, ਸਾਰੇ ਸੰਤਾਂ ਦਾ, ਸਾਰਿਆਂ ਤੋਂ ਅਸੀਂ ਮਦਦ ਲੈਂਦੇ ਹਾਂ। ਲੇਕਿਨ ਅਕਾਲੀ ਦਲ ਜਿਹੜੀ ਕਹਿੰਦੀ ਸਿੱਖਾਂ ਦੀ ਨੁਮਾਇੰਦਾ ਪਾਰਟੀਆਂ ਅਸੀਂ ਨਹੀਂ ਲੈਂਦੇ, ਜਾਂ ਬੀਜੇਪੀ ਉਸ ਤਰ੍ਹਾਂ ਦੀ ਹੈ। ਲੇਕਿਨ ਇੱਥੇ ਇਤਰਾਜ਼ ਵਾਲੀ ਗੱਲ ਇਹ ਬਣ ਗਈ ਹੈ ਕਿ ਉਸ ਬਾਬੇ ਨੂੰ ਪਹਿਲਾਂ ਗ੍ਰਿਫਤਾਰ ਕਰਕੇ ਅੰਦਰ ਜਾਣਾ ਆਪਣੇ ਕਬਜ਼ੇ 'ਚ, ਫਿਰ ਆਪਣੀ ਉਹ ਕਬਜ਼ੇ ਦੇ ਵਿੱਚੋਂ ਜਦੋਂ ਉਹਨਾਂ ਨੂੰ ਲੋੜ ਆ ਉਦੋਂ ਬਾਹਰ ਲਿਆਉਣਾ, ਬਾਹਰ ਲਿਆ ਕੇ ਫਿਰ ਜਦੋਂ ਗੱਲ ਮੁੱਕ ਗਈ ਹੈ ਤੇ ਫਿਰ ਬਾਹਰ ਅੰਦਰ ਲੈ ਜਾਣਾ। ਇਹ ਉਹਨਾਂ ਦਾ ਪੈਰੋਲ ਤੇ ਲਿਆਉਣਾ ਤੇ ਪੈਰੋਲ ਤੇ ਛੱਡਣਾ ਤੇ ਡਿਊਰਿੰਗ ਇਲੈਕਸ਼ਨ ਛੱਡਣਾ, ਉਹਦੇ ਤੇ ਇਹ ਲੱਗਦਾ ਹੈ ਕਿ ਅੰਡਰ ਪ੍ਰੈਸ਼ਰ ਕੁਛ ਕਰਾਏ ਗਏ ਨੇ ਆਪਣੀ ਸਿਆਸੀ ਸੱਤਾ ਪ੍ਰਾਪਤ ਕਰਨ ਲਈ। ਇਹ ਮੁੱਦਾ ਚੱਕਿਆ ਜਾਣਾ ਚਾਹੀਦਾ ਹੈ। ਇਹਨੂੰ ਮੈਲ ਪ੍ਰੈਕਟਿਸ ਲੈ ਕੇ ਉਹਨਾਂ ਪਾਰਟੀਆਂ ਦੀ, ਜਿਵੇਂ ਮੈਂ ਫਿਰ ਰਿਪੀਟ ਕਰਦੀ ਹਾਂ, ਜਿਨ੍ਹਾਂ ਨੇ ਇਹ ਇਸ ਤਰ੍ਹਾਂ ਦੀ ਫਾਇਦਾ ਲੈਣ ਲਈ ਕੀਤਾ, ਉਹਨਾਂ ਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ। ਸੋ ਇਹ ਸੀਰੀਅਸ ਇਸ਼ੂ ਹੈਗਾ। ਆਮ ਤੌਰ ਤੇ ਸਾਰੇ ਡੇਰੇ ਆ ਸਾਡੇ ਵੈਲਕਮ, ਉਹਨਾਂ ਦੇ ਫਾਲੋਅਰ ਜਿੱਥੇ ਮਰਜ਼ੀ ਵੋਟਾਂ ਪਾਉਣ, ਜਿਹੜਾ ਮਰਜ਼ੀ ਡੇਰਿਆਂ ਤੋਂ ਵੋਟਾਂ ਮੰਗਣ ਜਾਵੇ। ਪਰ ਹਮੇਸ਼ਾ ਹਰ ਡੇਰੇ ਦੇ ਵੱਡੇ ਸੰਤ ਨੇ ਕਿਹਾ ਕਿ ਸਾਡਾ ਵੋਟਾਂ ਦੇ ਨਾਲ ਕੋਈ ਸੰਬੰਧ ਨਹੀਂ, ਕੋਈ ਜਿੱਥੇ ਮਰਜ਼ੀ ਵੋਟਾਂ ਪਾਵੇ। ਮੈਂ ਬਿਆਸ ਵਾਲਿਆਂ ਦਾ ਵੀ ਸੁਣਿਆ ਵੀ ਸਾਡਾ ਨਹੀਂ ਇਸ ਨਾਲ ਕੋਈ ਤਲਕ ਹੈਗਾ ਕਿਵੇਂ। ਲੇਕਿਨ ਇੱਥੇ ਹੈਗਾ ਕਿ ਉਹ ਜਿਹੜਾ ਆਪਦੀ ਕਸਟਡੀ 'ਚ ਹੈ ਉਹਨਾਂ ਦਾ ਗੁਰੂ, ਉਹ ਕਸਟਡੀ ਵਾਲੇ ਨੂੰ ਬਾਹਰ ਲਿਆ ਕੇ ਕਸਟਡੀ ਤੇ ਕਿਸ ਤਰ੍ਹਾਂ, ਕਿੰਨਾ ਟੌਰਚਰ, ਕਿੰਨਾ ਪ੍ਰੈਸ਼ਰ, ਕਿੰਨੀ ਬਾਂਹ ਮਰੋੜ ਕੇ ਕੀ ਕੀਤਾ ਗਿਆ ਹੋਊਗਾ, ਇਹ ਮਿਸਯੂਜ਼ ਆਫ ਪਾਵਰ ਹੈ। ਤੁਸੀਂ ਇਸ ਦੀ ਗੱਲ ਕੀਤੀ ਹੈ, ਭਾਜਪਾ ਦੇ ਨਾਲ ਜੁੜਾ ਇੱਕ ਮੁੱਦਾ ਬੜਾ ਇਸ ਸਮੇਂ ਭਖਿਆ ਹੋਇਆ ਹੈ, ਬੀਬੀਐਮਬੀ ਦਾ ਮੁੱਦਾ, ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਬੜਾ ਭਖੀਆਂ ਹੋਈਆਂ ਹੈ, ਬਿਆਨਬਾਜ਼ੀਆਂ ਹੋ ਰਹੀਆਂ। ਇੱਕ ਵਾਰ ਫਿਰ ਤੋਂ ਉਹ ਚੀਜ਼ ਦੇਖੀ ਜਾ ਰਹੀ ਕਿ ਥੋਪਿਆ ਜਾ ਰਿਹਾ ਹੈ, ਜਿੱਥੇ ਪੰਜਾਬ ਦਾ ਹੱਕ ਲੰਬੇ ਸਮੇਂ ਤੱਕ ਰਿਹਾ ਹੈ, ਹਰਿਆਣਾ ਦਾ ਵੀ ਇੱਕ ਹੱਕ ਰਿਹਾ ਹੈ, ਹੁਣ ਹਰ ਕਿਸੇ ਨੂੰ ਉਹ ਚੀਜ਼ਾਂ ਦੇ ਵਿੱਚ ਲਿਆਇਆ ਜਾ ਰਿਹਾ ਹੈ। ਕਿਵੇਂ ਤੁਸੀਂ ਦੇਖਦੇ ਹੋ? ਕੱਲ ਕਿਸਾਨਾਂ ਵੱਲੋਂ ਵੀ ਗਵਰਨਰ ਦੇ ਨਾਲ ਇਸ ਚੀਜ਼ ਨੂੰ ਲੈ ਕੇ ਮੁਲਾਕਾਤ ਕਰਨ ਲਈ ਪਹੁੰਚੇ ਸੀ, ਹਾਲਾਂਕਿ ਨਹੀਂ ਮੁਲਾਕਾਤ ਉਹਨਾਂ ਨੇ ਕੀਤੀ। ਇਤਰਾਜ਼ ਕਿਸਾਨਾਂ ਨੇ ਜ਼ਰੂਰ ਜਤਾਇਆ ਕਿ ਕਿਉਂ ਨਹੀਂ ਇਸ ਮੁੱਦੇ ਨੂੰ ਲੈ ਕੇ ਜਿਹੜਾ ਕੀਤਾ ਜਾ ਰਿਹਾ ਹੈ। ਮੁੱਦੇ ਕਈ ਨੇ ਜੋ ਇਸ ਵੇਲੇ ਬੜੇ ਭਖੇ ਹੋਏ ਨੇ। ਨਹੀਂ ਲੱਗਦਾ ਹੈ ਕਿ ਪਹਿਲਾਂ 50 ਕਿਲੋਮੀਟਰ ਵਾਲਾ ਕੀਤਾ, ਉਸ ਤੋਂ ਬਾਅਦ ਜਦੋਂ ਕਿਸਾਨਾਂ ਵਾਲਾ ਹੋਇਆ 50 ਕਿਲੋਮੀਟਰ ਵਾਲਾ ਕਰ ਦਿੱਤਾ ਇਹਨਾਂ ਨੇ, ਹੁਣ ਇਹਨਾਂ ਨੇ ਇਹ ਕਰ ਦਿੱਤਾ। ਹਾਲਾਂਕਿ ਭਾਜਪਾ ਬੜਾ ਕਲੀਅਰ ਸਟੈਂਡ ਕਹਿ ਰਹੀ ਨਹੀਂ, ਉਹ ਕਹਿ ਰਹੇ ਨੇ ਕਿ ਅਸੀਂ ਤਾਂ ਬਸ ਉਹੀ ਕੀਤਾ ਹੈ, ਅਸੀਂ ਥੋੜਾ ਬਹੁਤਾ ਫਿਰ ਬਦਲ ਕੀਤਾ, ਅਸੀਂ ਸਭ ਨੂੰ ਮੌਕਾ ਦੇ ਰਹੇ ਹਾਂ।
ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ? ਦੇਖੋ ਇਹ ਸਾਰੀਆਂ ਜਿਸ ਤਰ੍ਹਾਂ ਤੁਸੀਂ ਕਿਹਾ ਕਈ ਮੁੱਦੇ ਨੇ, ਬੜੇ ਅਹਿਮ ਮੁੱਦੇ ਹੈ। ਕਿਸਾਨਾਂ ਦਾ ਮੁੱਦਾ ਪਹਿਲਾਂ ਆਇਆ, ਫਿਰ ਉਸ ਤੋਂ ਬਾਅਦ ਬੀਐਸਐਫ ਦਾ ਮੁੱਦਾ ਆਇਆ। ਜਿਸ ਤਰ੍ਹਾਂ ਸਾਡੇ 50-50 ਕਿਲੋਮੀਟਰ ਦੇ ਵਿੱਚ ਬੀਐਸਐਫ ਬਾੜੀ ਗਈ, ਆ ਹੁਣ ਬੀਬੀਐਮ ਦਾ ਮੁੱਦਾ ਜਿਹੜਾ ਆਇਆ। ਇੱਥੋਂ ਹੁਣ ਇੱਕ ਨਜ਼ਰ ਆਉਂਦੀ ਹੈ ਪਾਰਟੀਆਂ ਦਾ ਕੰਪੈਰੀਜ਼ਨ ਕਰਨ ਦੀ। ਕਾਂਗਰਸ ਪਾਰਟੀ ਪੰਡਿਤ ਜਵਾਹਰ ਲਾਲ ਜੀ ਜਦੋਂ ਸੀ ਪ੍ਰਾਈਮ ਮਿਨਿਸਟਰ, ਇੱਥੇ ਸਾਡੇ ਪ੍ਰਤਾਪ ਸਿੰਘ ਕੈਰੋਂ ਜੀ ਮੁੱਖ ਮੰਤਰੀ ਸੀ, ਉਦੋਂ ਪੰਜਾਬ ਨੂੰ ਸਮਝ ਕੇ ਕਿ ਪੰਜ ਦਰਿਆਵਾਂ ਦੀ ਧਰਤੀ ਹੈ, ਗੁਰੂਆਂ ਪੀਰਾਂ ਦੀ ਧਰਤੀ ਹੈ, ਇੱਥੇ ਦੇਣ ਦਿੱਤੀ ਗਈ ਕੁਛ। ਇਹ ਜਿਹੜਾ ਭਾਖੜਾ ਦਿੱਤਾ ਗਿਆ, ਇਹ ਕਾਂਗਰਸ ਦੇ ਸਮੇਂ ਵਿੱਚ, ਐਗਰੀਕਲਚਰ ਯੂਨੀਵਰਸਿਟੀ ਕਾਂਗਰਸ ਦੇ ਸਮੇਂ ਵਿੱਚ, ਸਾਡੇ ਵਿਧਾਨ ਸਭਾਵਾਂ ਦੇ ਕਾਂਗਰਸ ਦੇ ਸਮੇਂ ਵਿੱਚ, ਉਦੋਂ ਪੰਜਾਬ ਹਰਿਆਣਾ ਸਾਂਝੇ ਸੀ। ਸਾਂਝੇ ਸਾਡੇ ਪੰਜਾਬ ਨੂੰ ਸਾਡੀ ਕਾਂਗਰਸ ਪਾਰਟੀ ਨੇ ਬਹੁਤ ਵੱਡੀਆਂ ਦੇਣਾਂ ਦਿੱਤੀਆਂ ਸੀਗੀਆਂ, ਔਰ ਕੈਰੋਂ ਸਾਹਿਬ ਵੱਡਾ ਮਹਾਂ ਪੰਜਾਬ ਚਾਹੁੰਦੇ ਸੀ। ਸੋ ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਅੱਜ ਉਹ ਚੀਜ਼ਾਂ ਖੋਈਆਂ ਜਾ ਰਹੀਆਂ, 1 ਬਾਏ 1 ਖੋਈਆਂ ਜਾ ਰਹੀਆਂ। ਜਿਵੇਂ ਕਿ 50 ਕਿਲੋਮੀਟਰ 'ਚ ਬੀਐਸਐਫ ਬਾੜ ਕੇ ਉਹ ਹੱਕ ਖੋਹ ਲਿਆ ਸਾਡਾ। ਕਿਸਾਨ ਅੰਦੋਲਨ ਦੇ ਵਿੱਚ ਸਾਡੀ ਜ਼ਮੀਨ ਖੋਹੀ ਜਾ ਰਹੀ ਹੈਗੀ ਹੈ, ਉੱਥੇ ਅੰਦੋਲਨ ਅਜੇ ਇੱਕ ਵਾਰ ਵਾਪਸ ਲਿਆ, ਕੀ ਹੋਣਾ ਜੇ ਪਤਾ ਨਹੀਂ, ਕਿੰਨਾ ਜ਼ੁਲਮ ਉੱਥੇ ਹੋਇਆ, ਵੱਖਰੀ ਗੱਲ ਹੈਗੀ ਹੈ। ਤੀਜਾ ਹੁਣ ਇਹ ਪੀਬੀਐਮ ਤੇ ਪੈ ਗਏ, ਇਹਨਾਂ ਦੇ ਇਹ ਰੁਕ ਨਹੀਂ ਰਹੇ ਧੱਕੇ ਕਰਨ 'ਚ। ਜਿਹੜੀ ਹੈਗੀ ਬੀਜੇਪੀ ਸਰਕਾਰ ਆਪਦੇ ਸੱਤਾ 'ਚ ਅੰਨੀ ਹੋ ਕੇ ਇਹ ਰੁਕ ਨਹੀਂ ਰਹੀ ਪੰਜਾਬ ਦੇ ਨਾਲ ਖਿਲਵਾੜ ਕਰਨ ਤੋਂ, ਸਾਡੇ ਤੇ ਹੱਕਾਂ ਤੇ ਛਾਪਾ ਮਾਰਨ ਤੋਂ। ਬੀਬੀਐਮ ਦੇ ਵਿੱਚ ਕਿਹੜੀ ਜ਼ਰੂਰਤ ਪਈ ਸੀ? ਜੇ ਦੇਣਾ ਸੀ ਕੁਝ ਦਿੰਦੇ, ਸਾਥੋਂ ਲੈਂਦੇ ਨਾ। ਆਲਰੇਡੀ ਇਹਨਾਂ ਦਾ ਚੇਅਰਮੈਨ ਇੱਕ ਬੈਠਾ ਜਿਹੜਾ ਨੋਮੀਨੇਟਡ ਹੈਗਾ, ਇੱਦਾਂ ਬੈਠਾ ਹੈ, ਉਹਨੂੰ ਬਦਲਣਾ ਹੈ, ਰੱਖਣਾ ਹੈ, ਕਿਹਨੂੰ ਲਾਉਣਾ ਹੈ, ਕੀ ਕਰਨਾ, ਉਹ ਉੱਥੇ ਤੱਕ ਵੱਖਰੀ ਗੱਲ ਹੈਗੀ ਹੈ। ਬਾਕੀ ਜਿਹੜਾ ਉਹ ਜੇ ਸਾਡਾ ਭਾਖੜਾ ਮੈਨੇਜਮੈਂਟ ਭਾਖੜਾ ਵਗਦਾ ਹੈਗਾ, ਪਾਣੀ ਪੰਜਾਬ 'ਚ ਵੱਜਦਾ ਹੈ, ਉਹਦਾ ਫਾਇਦਾ ਤੇ ਨੁਕਸਾਨ ਪੰਜਾਬ ਨੂੰ ਹੀ ਹੋਣਾ ਹੈ। ਪੰਜਾਬ ਹੀ ਉਹਦੀ ਟੇਕ ਕੇਅਰ ਕਰ ਸਕਦਾ ਹੈ। ਉਹਨਾਂ ਤੋਂ ਲੈ ਕੇ ਤੁਸੀਂ ਵਿਦਡਰਾ ਕਰਾ ਰਹੇ ਹੋ, ਪੁਲਿਸ ਉਹ ਤੋਂ ਕਰ ਕੀ ਦੱਸਣਾ ਚਾਹੁੰਦੇ ਹੋ? ਇਹਦਾ ਮਤਲਬ ਉਹੀ ਆ ਗਿਆ ਨਾ ਕਿ ਬੀਐਸਐਫ ਤੋਂ ਵੀ ਕਰਾ ਦਿਓ ਕੰਟਰੋਲ ਕਬਜ਼ਾ, ਕਿਸਾਨਾਂ ਦੀ ਜ਼ਮੀਨ ਵੀ ਖੋਹ ਲਓ, ਆਹ ਭਾਖੜਾ ਮੈਨੇਜਮੈਂਟ ਦੀ ਪਾਵਰ ਵੀ ਖੋਹ ਲਓ। ਇਹਦਾ ਮਤਲਬ ਤਾਂ ਮੈਂ ਇਹੀ ਕਹਿੰਦੀ ਹਾਂ ਵੀ ਪੰਜਾਬ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਾਣੀ ਇੱਥੋਂ ਭਾਖੜੇ ਦਾ ਇਹ ਖਤਮ, ਜ਼ਮੀਨਾਂ ਸਾਡੀਆਂ ਖੋਹ ਲਓ ਇਹ ਖਤਮ, ਤੇ ਸਾਡੇ ਪੰਜਾਬ ਦੇ ਵਿੱਚ ਬੀਐਸਐਫ ਬਾੜ ਦਿਓ ਇਹ ਖਤਮ। ਸਾਡੇ ਪੰਜਾਬ ਦੇ ਲਈ ਖਤਰੇ ਦੀ ਘੰਟੀ ਹੈ ਬੀਜੇਪੀ ਦੀ ਅੱਜ ਦੀ ਇਹ ਮੋਦੀ ਸਰਕਾਰ, ਤੇ ਇਹਦੇ ਖਿਲਾਫ ਸਾਨੂੰ ਸਾਰੀਆਂ ਕੱਲ੍ਹ ਕਿਸਾਨ ਯੂਨੀਅਨ ਵਾਲੇ ਗਏ ਨੇ, ਵਿਚਾਰਿਆਂ ਨੂੰ ਮਿਲਿਆ ਨਹੀਂ ਗਿਆ। ਦੇਖੋ ਜੈ ਚੀਜ਼ ਵਾਸਤੇ ਉੱਥੇ ਇੱਕ ਸੀਨੀਅਰ ਲੀਡਰ ਸੀ, ਗਏ ਸੀ, ਮਿਲਣਾ ਚਾਹੀਦਾ ਸੀ ਸਾਨੂੰ। ਆ ਇਲੈਕਸ਼ਨ ਠੀਕ ਹੈ, ਆ ਜਾਣੇ ਰਿਜ਼ਲਟ 4 ਦਿਨਾਂ 'ਚ ਆਉਣੀ ਹੈ, ਜਿਹੜੀ ਮਰਜ਼ੀ ਸਰਕਾਰ ਆਉਂਦੀ ਹੈ। ਇਹਦੇ ਨਾਲੋਂ ਵੀ ਇੰਪੋਰਟੈਂਟ ਮੁੱਦਾ ਪੰਜਾਬ ਬਚਾਓ ਹੈ। ਪੰਜਾਬ ਬਚਾਓ, ਪੰਜਾਬ ਦੇ ਉੱਤੇ ਹੋਣ ਵਾਲੇ ਤਸ਼ੱਦਦ ਤੋਂ ਜਿਹੜਾ ਇਕੱਠੇ ਹੋ ਕੇ ਲੜਾਈ ਜੇ ਲੜਨੀ ਪਵੇ ਤਾਂ ਲੜੋ। ਕਈ ਵਾਰ ਮੈਨੂੰ ਸਵਾਲ ਕਰ ਦਿੰਦੇ ਆ ਹੁਣ ਕਿ ਤੁਸੀਂ ਸਮਰਥਨ, ਇਹ ਬਹੁਤ ਛੋਟੀਆਂ ਚੀਜ਼ਾਂ ਨੇ ਕਿ ਸਰਕਾਰਾਂ ਲਈ ਸਮਰਥਨ ਲੈਣਾ। ਅਸੀਂ ਤਾਂ ਪੰਜਾਬ ਬਚਾਉਣ ਲਈ ਸਮਰਥਨ ਮੰਗਦੇ ਹਾਂ। ਕਾਂਗਰਸ ਪਾਰਟੀ ਨੇ ਪੰਜਾਬ 'ਚ ਅਮਨ ਲਿਆਉਣ ਲਈ ਸਮਰਥਨ ਮੰਗਿਆ ਸੀ। ਸਾਡੀ ਹਿਸਟਰੀ ਇਸ ਗੱਲ ਦੇ ਵਿੱਚ ਪਈ ਹੈਗੀ, ਅਸੀਂ ਕਮਿਊਨਿਸਟ ਪਾਰਟੀਆਂ ਸਾਰੇ ਇਕੱਠੇ ਹੋਏ ਸੀ ਉਸ ਵੇਲੇ। ਸੋ ਅੱਜ ਫੇਰ ਵਕਤ ਆ ਗਿਆ ਕਿ ਪੰਜਾਬ ਅੱਜ ਇਨਸਾਫ ਮੰਗਦਾ ਹੈ, ਪੰਜਾਬ ਅੱਜ ਫਿਰ ਕੁਰਬਾਨੀ ਮੰਗਦਾ ਹੈ ਸ਼ਾਂਤਮਈ ਤਰੀਕੇ ਦੇ ਨਾਲ। ਸਾਰੇ ਪੰਜਾਬ ਤੇ ਵਸਦੇ ਆਪਣੇ ਪੰਜਾਬ ਦੇ ਪੁੱਤਾਂ ਤੇ ਧੀਆਂ ਤੋਂ। ਅੱਜ ਇਹ ਛੋਟੀਆਂ ਸਿਆਸੀ ਗੱਲਾਂ, ਛੋਟੇ ਲਾਹੇ ਪੈਰਾ ਛੱਡ ਕੇ ਸਾਨੂੰ ਪੂਰੀ ਤਰ੍ਹਾਂ ਨਾਲ ਆਪਣੇ ਪੰਜਾਬ ਲਈ ਇੱਕ ਮੁੱਠ ਤੇ ਇਕਜੁੱਟ ਇਕੱਠਾ ਹੋਣਾ ਚਾਹੀਦਾ ਹੈ। ਇਕਜੁੱਟ ਦੀ ਗੱਲ ਕੀਤੀ, ਇਕੱਠੇ ਹੋਣ ਦੀ ਗੱਲ ਕੀਤੀ, ਕੀ ਲੱਗਦਾ ਹੈ ਇਸ ਵਾਰ ਜਿਹੜਾ ਚੁਣਾਵ ਜਿਹੜੇ ਹੁਣ ਰਿਜ਼ਲਟ ਆਨੇ ਹੈ, ਤੁਸੀਂ ਇੱਕ ਤੁਹਾਡਾ ਬਿਆਨ ਬੜਾ ਹੁਣੀ ਲੇਟੈਸਟ ਕੱਲ੍ਹ ਦਾ ਹੀ ਸੀ, ਤੁਸੀਂ ਬੋਲਿਆ ਕਿ ਅਗਰ ਸਾਨੂੰ ਜ਼ਰੂਰਤ ਪਈ ਤੇ ਅਸੀਂ ਗੱਠਜੋੜ ਕਰ ਸਕਦੇ ਹਾਂ। ਅਕਸਰ ਦੇਖਿਆ ਜਾਂਦਾ ਗੱਠਜੋੜ ਸਾਰੀ ਪਾਰਟੀਆਂ ਵਿੱਚ ਹੁੰਦੇ ਆ ਮੈਮ, ਪਹਿਲਾਂ ਵੀ ਹੁੰਦੇ ਰਹੇ ਨੇ ਤੇ ਹੁਣ ਵੀ। ਆਪ ਪਾਰਟੀ ਨਾਲ ਕਿਆ ਪੋਸੀਬਿਲਿਟੀਜ਼ ਹੈ ਗੱਠਜੋੜ ਦੀਆਂ? ਮੈਂ ਇੱਕ ਹਿਸਟਰੀ ਦੀ ਗੱਲ ਕੀਤੀ ਹੈ, ਅੱਜ ਕੀ ਹੋਣਾ ਕੀ ਕਰਨਾ, ਕਿਉਂਕਿ ਅੱਜ ਹਰ ਪਾਰਟੀ ਕਲੇਮ ਕਰ ਰਹੀ ਹੈ, ਬੀਜੇਪੀ ਕਹਿੰਦੀ ਹੈ ਜਾਂ ਚੱਡਾ ਕਹਿ ਰਿਹਾ ਆਪ ਵਾਲਾ, ਜਾਂ ਅਕਾਲੀ ਦਲ ਕਹਿ ਰਿਹਾ, ਜਾਂ ਅਸੀਂ, ਇਹ ਸਾਰੇ ਕਹਿੰਦੇ ਜਿੱਤਾਂਗੇ। ਅਕਸਰ ਬਣਨਾ ਤਾਂ ਸਾਰਾ ਇੱਕ ਦੀ ਹੈ ਨਾ, ਤੇ 100% ਕਲੇਮ 'ਚ 4 ਕਰਦੇ, 4 ਤਾਂ ਗੱਲ ਆਉਣੀ ਨਹੀਂ ਹੈਗੀ। ਇਹ ਠੀਕ ਹੈ, ਹੋਪਫੁਲ ਸਾਰੇ ਹੈਗੇ ਹੈ, ਸਾਰਿਆਂ ਨੂੰ ਲੱਗਦਾ ਹੈਗਾ। ਕਈ ਵਾਰੀ ਅੱਜ ਦੀ ਜਿਹੜੀ ਇਲੈਕਸ਼ਨ ਹੈ ਬੜੀ ਵੱਖਰੀ ਕਿਸਮ ਦੀ ਇਲੈਕਸ਼ਨ ਹੈ, ਇੱਥੇ ਕਿਸੇ ਨੂੰ ਕਲੈਰਿਟੀ ਨਹੀਂ ਜੇ ਆ ਰਹੀ, ਹਰ ਇੱਕ ਨੂੰ ਲੱਗਦਾ ਇੱਥੋਂ ਠੀਕ ਹੈ ਇੱਥੋਂ ਗਲਤ ਆ। ਤੇ ਇਸ ਕਾਰਨ ਕਰਕੇ ਮੈਨੂੰ ਵੀ ਇਹੀ ਲੱਗਦਾ ਹੈ, ਮੈਂ ਆਪਣੇ ਤੱਥਾਂ ਦੇ ਹਿਸਾਬ 'ਤੇ ਹੀ ਕਲੇਮ ਕਰਦੀ ਹਾਂ। ਐਵੇਂ ਨਹੀਂ ਕਿ ਮੇਰੀ ਪਾਰਟੀ ਆਊ ਲੋਕ ਮੇਰੇ ਨਾਲ, ਇਕੱਲਾ ਹੀ ਨਹੀਂ। ਪੰਜਾਬ ਦੇ ਲਈ ਜਿਵੇਂ ਮੈਂ ਦੱਸਿਆ ਹੈਗਾ ਕਿ ਸਾਡੀਆਂ 2 ਸਰਕਾਰਾਂ ਦੇਖੀਆਂ, ਕੈਪਟਨ ਦੀ ਸਰਕਾਰ ਦੇਖੀ ਹੈ ਤੇ ਹੁਣ ਚੰਨੀ ਦੀ ਸਰਕਾਰ ਦੇਖੀ ਹੈ। ਕੈਪਟਨ ਦੀ ਸਰਕਾਰ ਨੂੰ ਲੋਕਾਂ ਨੇ ਲਾਈਕ ਨਹੀਂ ਕੀਤਾ, ਪਸੰਦ ਨਹੀਂ ਕੀਤਾ ਬਾਹਲਾ, ਤੇ ਚੰਨੀ ਦੀ ਸਰਕਾਰ ਨੂੰ 80% ਲੋਕਾਂ ਨੇ ਪਸੰਦ ਕੀਤਾ ਕਿ ਇੰਨੇ ਥੋੜ੍ਹੇ ਸਮੇਂ 'ਚ ਆਹ ਸਾਰਾ ਕੁਝ ਕੀਤਾ। ਔਰ ਕਾਂਗਰਸ ਪਾਰਟੀ ਨੂੰ ਐਪਰੀਸ਼ੀਏਟ ਕੀਤਾ ਕਿ ਇਹਨਾਂ ਨੇ ਹਮੇਸ਼ਾ ਸੈਕੂਲਰਿਜ਼ਮ ਕਿਹਾ ਹੀ ਨਹੀਂ। ਕਾਮਰੇਡ ਰਾਮ ਕ੍ਰਿਸ਼ਨ ਹਿੰਦੂ ਬਣਾ ਕੇ ਦਿਖਾਇਆ ਸੀਐਮ, ਗਿਆਨੀ ਜੈਲ ਸਿੰਘ ਬੈਕਵਰਡ ਬਣਾਇਆ ਸੀਐਮ, ਔਰਤ ਬਣਾਈ ਸੀਐਮ, ਅੱਜ ਜੱਟ ਦਰਬਾਰਾ ਸਿੰਘ ਜੀ ਬਣਾਏ, ਬੇਅੰਤ ਸਿੰਘ ਜੀ ਬਣਾਏ, ਜਗੀਰਦਾਰ ਆਪਣੇ ਸੀਗੇ ਹਰਚੰਦ ਸਿੰਘ ਬਰਾੜ ਬਣਾਏ, ਇੱਕ ਰਾਜੇ ਮਹਾਰਾਜੇ ਨੂੰ ਮੌਕਾ ਦਿੱਤਾ, ਅੱਜ ਇੱਕ ਦਲਿਤ ਨੂੰ 80 ਨੂੰ ਮੌਕਾ ਦਿੱਤਾ ਹੈ। ਤੇ ਇਹ ਸਾਰਿਆਂ ਥਾਵਾਂ 'ਤੇ ਬਣਾ ਕੇ, ਔਰ ਉਹ ਰਾਜ ਦਾ ਫਰਕ ਇੰਨਾ ਕਿ ਉਹ 5.5 ਸਾਲਾਂ 'ਚ ਜਿਹੜਾ 4.5 ਸਾਲਾਂ 'ਚ ਨਹੀਂ ਕਰ ਸਕੇ, ਜਾਂ ਹੋਰ ਪਾਰਟੀਆਂ 10-10 ਸਾਲਾਂ 'ਚ ਨਹੀਂ ਕਰ ਸਕੀਆਂ, ਅਕਾਲੀ ਦਲ ਵਰਗੀਆਂ ਜਾਂ ਬੀਜੇਪੀ ਵਰਗੀਆਂ। 4.5 ਮਹੀਨੇ ਸਾਡੀ ਚੰਨੀ ਸਰਕਾਰ ਨੇ ਉਹ ਕੁਛ ਕਰਕੇ ਦਿਖਾਤਾ ਜਿਹੜਾ ਇੱਕ ਐਂ ਲੱਗਦਾ ਅਚੰਭਾ, ਲੋਕਾਂ ਦੇ ਮਨ 'ਚ ਗੁੱਡ ਗਈ ਇਹ ਗੱਲ
ਲੋਕਾਂ ਦੇ ਵਿੱਚ ਬੇਵ ਹਵਾ ਕਿ ਆਹ ਹੈ ਗੱਲ, ਇਸ ਤਰ੍ਹਾਂ ਹੋਣੀ ਚਾਹੀਦੀ ਹੈ। ਸੋ ਇਸ ਤੋਂ ਫਿਰ ਜੈਲਸੀ ਹੋ ਕੇ, ਜਿਵੇਂ ਮੈਂ ਦੱਸਿਆ ਕਿ ਬੀਜੇਪੀ ਇੱਕ ਜੈਲਸੀ ਵਾਲੀ ਪਾਰਟੀ, ਡਿਕਟੇਟਰਾਨਾ ਰੂਪ ਅਖਤਿਆਰ ਕਰਨਾ ਚਾਹੁੰਦੀ ਹੈ। ਉਹਨਾਂ ਨੇ ਸਾਨੂੰ ਇਹ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤ ਕੇ, ਉਹਨਾਂ ਨੇ ਕਦੇ ਈਡੀ ਦਾ ਡਰਾਬਾ, ਕਦੇ ਆਪਣੇ ਸਾਡੇ ਬਿੱਲ ਨਹੀਂ ਪਾਸ ਹੋਣ ਦਿੱਤੇ, ਗਵਰਨਰ ਸਾਹਿਬ ਕੋਲੋਂ ਪਾਸ ਨਹੀਂ ਕਰਨ ਦਿੱਤੇ, ਜਿਵੇਂ ਅੱਜ ਕਿਸਾਨ ਯੂਨੀਅਨ ਕਿਸਾਨਾਂ ਨੂੰ ਨਹੀਂ ਮਿਲ ਰਹੇ। ਅੱਜ ਇਹ ਧੱਕੇ ਦਾ ਇਸਤੇਮਾਲ ਕਰ ਰਹੇ ਹੈ, ਡਿਕਟੇਟਰਸ਼ਿਪ ਦਾ ਅਤੇ ਆਪਣੇ ਸਖਤੀ ਦਾ ਇਸਤੇਮਾਲ ਕਰ ਰਹੇ ਨੇ, ਜਿਹੜਾ ਕਿ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ। ਹਿੰਦੁਸਤਾਨ ਔਰ ਸਪੈਸ਼ਲੀ ਪੰਜਾਬ, ਜੇ ਗੋਰੇ ਅੰਗਰੇਜ਼ਾਂ ਦੇ ਧੱਕੇ ਅੱਗੇ ਨਹੀਂ ਝੁਕਿਆ, ਤੋਪਾ ਅੱਗੇ ਨਹੀਂ ਝੁਕਿਆ, ਤਾਂ ਇਹਨਾਂ ਦੇ ਅੱਗੇ ਨਹੀਂ ਝੁਕਣਾ। ਇਹ ਨਾ ਕੋਸ਼ਿਸ਼ ਕਰਨ, ਨਾ ਮੌਕਾ ਦੇਣ ਕਿ ਇਹ ਪੰਜਾਬ ਦੇ ਵਾਤਾਵਰਨ ਇਸ ਤਰ੍ਹਾਂ ਦੇ ਖਰਾਬ ਹੋਣ ਵਾਸਤੇ ਇਹ ਕੋਈ ਇਸ ਤਰ੍ਹਾਂ ਦਾ ਰਾਹ ਅਖਤਿਆਰ ਕਰਨ ਬੀਜੇਪੀ ਵਾਲੇ। ਹਰ ਚੀਜ਼ਾਂ ਸਾਡੀਆਂ ਛੱਡ ਕੇ ਸਬਰ ਦੇ ਨਾਲ ਸਾਡੇ ਹੱਕਾਂ 'ਤੇ ਛਾਪੇ ਨਾ ਮਾਰਨ, ਸਾਨੂੰ ਫਰੀ ਡੈਮੋਕ੍ਰੇਸੀ ਦੇਣ। ਜਿਸ ਤਰੀਕੇ ਨਾਲ ਮਨਮੋਹਨ ਸਿੰਘ ਵਰਗੇ ਨੇ ਸਰਕਾਰਾਂ ਚਲਾਈਆਂ, ਹੋਰ ਕਾਂਗਰਸ ਦੇ ਚਲਾਈਆਂ, ਇਸ ਤਰ੍ਹਾਂ ਕਰਕੇ ਪੰਜਾਬ ਨੂੰ ਕੁਝ ਦੇਣਾ ਬਣਦਾ, ਇਸ ਤੋਂ ਲੈਣਾ ਤੇ ਖੋਣਾ ਨਹੀਂ ਬਣਦਾ। ਇੱਥੋਂ ਗ੍ਰੇਸ ਕਰਨ। ਮੈਂ ਦੱਸਿਆ ਨਾਟ ਓਨਲੀ ਕਿ ਇਕੱਲਾ ਆਪ ਨਾਲ, ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਜ਼ਰੂਰਤ ਨਹੀਂ ਪੈਣੀ। ਜਿਵੇਂ ਮੈਂ ਦੱਸਿਆ, ਇਹੀ ਕੁਐਸਚਨ ਜਿਹੜਾ ਕਰਦੇ ਆ ਮੀਡੀਆ ਨੇ ਕੀਤਾ ਕਿ ਅਗਰ ਜ਼ਰੂਰਤ ਪੈਂਦੀ। ਹੁਣ ਅਗਰ ਦਾ ਜਵਾਬ ਤਾਂ ਕੁਛ ਹੁੰਦਾ, ਅਗਰ ਕੀ ਹੁੰਦਾ? ਅਗਰ ਦੇ ਮੁਤਾਬਕ ਆਪਾਂ ਸਮਝਦੇ ਹੈਗੇ ਹਾਂ ਕਿ ਅਸੀਂ ਆਪਣੀ ਸੱਤਾ ਤੇ ਸਰਕਾਰ, ਤੁਹਾਨੂੰ ਯਾਦ ਹੋਊ ਜਦੋਂ ਦਰਬਾਰਾ ਸਿੰਘ ਸੀ, ਸਾਡੀ ਆਪਣੀ ਕਾਂਗਰਸ ਸਰਕਾਰ, ਸਾਡੇ ਕੋਲ ਮੈਜੋਰਟੀ ਸੀ, ਸਾਡੀ ਸਰਕਾਰ ਪੰਜਾਬ ਦੇ ਹਿੱਤ ਲਈ ਤੋੜੀ ਗਈ ਸੀ ਤੇ ਸਰਜੀਤ ਸਿੰਘ ਬਰਨਾਲੇ ਨੂੰ ਸਰਕਾਰ ਬਣਾਉਣ ਲਈ ਕਿਹਾ ਗਿਆ ਸੀ। ਇਸ ਕਾਰਨ ਕਰਕੇ ਕਿ ਸਾਨੂੰ ਪਹਿਲਾਂ ਅਮਨ ਚਾਹੀਦਾ ਸੀ, ਲੋਕਾਂ ਦੀਆਂ ਜ਼ਿੰਦਗੀਆਂ ਸੁਰੱਖਿਅਤ ਚਾਹੀਦੀਆਂ ਸੀ, ਪੰਜਾਬ ਚਾਹੀਦਾ ਸੀ। ਅਸੀਂ ਕੁਰਬਾਨੀ ਕੀਤੀ ਹੈ ਸਾਡੀ ਪਾਰਟੀ ਨੇ। ਜਦੋਂ ਦਿੱਲੀ ਦੇ ਵਿੱਚ ਇਹਨਾਂ ਦੀ ਕਾਂਗਰਸ ਦੀ ਸਾਡੀ ਨਹੀਂ ਬਣ ਸਕੀ, ਮੈਜੋਰਟੀ ਆ ਸਕੀ, ਆਪ ਦੀ ਵੀ ਪੂਰੀ ਮੈਜੋਰਟੀ ਨਹੀਂ ਸੀ ਆਈ, ਤੇ ਉੱਥੇ ਸਾਨੂੰ ਬੀਜੇਪੀ ਫਿਰਕਾ ਪ੍ਰਸਤ ਪਾਰਟੀ ਹੈ, ਇਹਨੂੰ ਰੋਕਣ ਵਾਸਤੇ, ਇਹਦੀਆਂ ਨੀਅਤਾਂ ਦੇ ਸਾਨੂੰ ਪਤਾ ਸੀਗਾ, ਰੋਕਣ ਵਾਸਤੇ ਅਸੀਂ ਸਮਰਥਨ ਕੀਤਾ ਸੀ ਉਸ ਵੇਲੇ ਵੀ। ਇਸੇ ਤਰ੍ਹਾਂ ਨਾਲ ਅਸੀਂ ਅੱਜ ਵੀ ਸਮਝਦੇ ਹਾਂ ਕਿ ਪੰਜਾਬ ਦੇ ਹਿੱਤ ਲਈ ਅਸੀਂ ਚਾਹੁੰਦੇ ਨਹੀਂ ਹਾਂ ਕਿ ਹੰਗ ਅਸੈਂਬਲੀ ਆਵੇ। ਅਸੀਂ ਚਾਹੁੰਦੇ ਨਹੀਂ ਹਾਂ ਕਿ ਦੁਬਾਰਾ ਇਲੈਕਸ਼ਨਾਂ ਦਾ ਭਾਰ ਲੋਕਾਂ 'ਤੇ ਪਵੇ ਅਤੇ ਹੋਰ ਟੈਕਸ ਲੱਗ ਕੇ ਸਾਡੇ ਵਿਚਾਰੇ ਲੋਕਾਂ ਨੇ ਬਰਦਾਸ਼ਤ ਨਹੀਂ ਕਰ ਸਕਣਾ। ਬਹੁਤ ਪਹਿਲਾਂ ਹੀ ਬਿਮਾਰੀਆਂ ਦੇ ਨਾਲ ਮਾਰੇ ਪਏ ਆ, ਬੁਰਾ ਹਾਲ ਹੈਗਾ। ਅਤੇ ਅਸੀਂ ਇਹ ਸਾਰੇ ਸਮਝਦੇ ਹਾਂ ਕਿ ਸਰਕਾਰ ਬਣਨੀ ਚਾਹੀਦੀ ਹੈ, ਔਰ ਸਰਕਾਰ ਬਣਨ ਵਿੱਚ ਸਾਰਿਆਂ ਨੂੰ ਕੰਪੈਰੇਟਿਵਲੀ ਵਧੀਆ ਕੰਮ ਕਾਂਗਰਸ ਨੇ ਕੀਤਾ, ਕਾਂਗਰਸ ਦੀ ਬਣੇ। ਤੁਸੀਂ ਇਨ ਕੇਸ ਦੀ ਗੱਲ ਕੀਤੀ ਹੈ, ਉਹਦੇ ਵਿੱਚ ਆ ਕੇ ਜੇ ਕੋਈ ਜ਼ਰੂਰਤ ਹੁੰਦੀ ਹੈ, ਅਸੀਂ ਦੋ ਪਾਰਟੀਆਂ ਨਾਲ ਬਿਲਕੁਲ ਨਹੀਂ ਕਰ ਸਕਦੇ, ਜਿਹਦੇ ਵਿੱਚ ਦੋਨੋਂ ਫਿਰਕਾ ਪ੍ਰਸਤ ਪਾਰਟੀਆਂ, ਅਕਾਲੀ ਦਲ ਅਤੇ ਬੀਜੇਪੀ, ਇਹਨਾਂ ਨਾਲ ਸਾਡਾ ਗੱਠਜੋੜ ਪੋਸੀਬਿਲਿਟੀ ਨਹੀਂ ਹੈ ਜਿਹੜੀ ਮੈਂ ਕਹਿ ਸਕਦੀ ਹਾਂ। ਬਾਕੀ ਸੈਕੂਲਰ ਤਾਕਤਾਂ ਜੇ ਇਕੱਠੀਆਂ ਹੋ ਕੇ ਪੰਜਾਬ ਦੇ ਵਿੱਚ ਕੋਈ ਕਮੀ ਪੇਸ਼ੀ ਲੱਗਦੀ ਹੈ, ਪੰਜਾਬ ਦੇ ਹਿੱਤ ਨੂੰ ਜ਼ਰੂਰਤ ਹੈ, ਪੰਜਾਬ ਨੂੰ ਲੋੜ ਹੈ, ਤਾਂ ਜ਼ਰੂਰ ਇੱਕ ਪਲੇਟਫਾਰਮ 'ਤੇ ਪਿਛਲੇ ਹਿਸਟਰੀ 'ਚ ਵੀ ਇਕੱਠੇ ਹੋਏ ਹਾਂ ਤਾਂ ਇਕੱਠੇ ਹੋ ਸਕਦੇ ਹਾਂ। ਕਿ ਉਹ ਸੋਚ, ਉਹ ਸਭ ਚੀਜ਼ਾਂ ਮਿਲ ਸਕਣਗੀਆਂ ਇੱਕ ਲੈਵਲ ਦੇ ਉੱਪਰ। ਹਾਲਾਂਕਿ ਸਰਕਾਰ ਬਣਾਉਣ ਲਈ ਜ਼ਰੂਰੀ ਹੈ ਗੱਠਜੋੜ, ਔਰ ਹੁੰਦਾ ਵੀ ਰਿਹਾ ਹੈ। ਬਣ ਪਾਏਗੀ ਉਹ ਸੋਚ ਔਰ ਉਹ ਚੀਜ਼ਾਂ, ਕਿਉਂਕਿ ਆਈਡੀਓਲੋਜੀ ਵੱਖ-ਵੱਖ ਹੈ, ਲੇਕਿਨ ਜਦੋਂ ਜ਼ਾਹਿਰ ਹੈ ਜਦੋਂ ਗੱਠਜੋੜ ਹੁੰਦਾ ਆਈਡੀਓਲੋਜੀ ਇਕੱਠੀ ਹੋ ਜਾਂਦੀ ਹੈ, ਲੇਕਿਨ ਇਕੱਠੇ ਮਿਲ ਕੇ ਚੱਲ ਸਕੋਗੇ? ਕਿੰਨਾ ਕੁ ਈਜ਼ੀ ਹੋਏਗਾ? ਦੇਖੋ, ਇਹਦੇ ਵਿੱਚ ਕਈ ਰੂਪ ਹੁੰਦੇ ਨੇ, ਜਿਸ ਤਰ੍ਹਾਂ ਕਿ ਲੰਬਾ ਤਜਰਬਾ ਹੈ। ਮੈਂ ਇਹ ਕਹਿੰਦਾ ਕਈ ਰੂਪ ਹੁੰਦੇ ਨੇ। ਕਈ ਵਾਰੀ ਸਮਰਥਨ ਬਾਹਰੋਂ ਦਿੱਤੇ ਜਾਂਦੇ ਨੇ, ਇਸ਼ੂਆਂ 'ਚ ਦਿੱਤੇ ਜਾਂਦੇ ਆ ਅਤੇ ਹਿੱਤਾਂ 'ਚ ਦਿੱਤੇ ਜਾਂਦੇ ਆ। ਇਸ ਕਰਕੇ ਅਗਰ ਸਾਡੀ ਆਪਣੀ ਸਰਕਾਰ ਬਣਦੀ ਤਾਂ ਜਿਵੇਂ ਕਿਸੇ ਦੀ ਵੀ ਬਣਦੀ ਹੈ, ਜ਼ਰੂਰਤ ਨਹੀਂ ਹੈ ਗੱਠਜੋੜ ਦੀ। ਗੱਠਜੋੜ ਦੀ ਅਗਰ ਜਿਸ ਤਰ੍ਹਾਂ ਸਿਚੁਏਸ਼ਨ ਸਾਰੇ ਦੱਸ ਰਹੇ ਕਿ ਕਦੋਂ ਜ਼ਰੂਰਤ, ਉੱਥੋਂ ਉਹ ਜਿਹਾਂ 'ਤੇ ਅਗਰ ਕੋਈ ਇਸ ਤਰ੍ਹਾਂ ਗੱਲ ਆਉਂਦੀ ਹੈ ਤਾਂ ਉੱਥੇ ਸਭ ਤੋਂ ਪਹਿਲਾਂ ਆਪਣਾ ਰਾਜ ਭਾਗ ਦੀ ਸੋਚ ਛੱਡ ਕੇ ਸਾਨੂੰ ਲੋਕਾਂ 'ਤੇ ਭਾਰ ਨਾ ਪਵੇ, ਹਿੱਤ ਇਕੱਠੇ ਹੋਣ, ਪੰਜਾਬ ਦਾ ਮਸਲਾ ਹੱਲ ਹੋਵੇ, ਇਸ਼ੂ ਉਹ ਲੈ ਕੇ ਚੱਲਣ ਵਾਲੇ ਲੋਕ ਹੋਣ ਜਿਨ੍ਹਾਂ ਨਾਲ ਤੁਸੀਂ ਖੜਨਾ ਹੈਗਾ, ਕਿ ਜਿਹੜੇ ਇਸ਼ੂਆਂ ਵਿੱਚ ਤੁਹਾਨੂੰ ਆਪਣੀ ਨਿੱਜੀਪਣਾ, ਨਿੱਜੀ ਫਾਇਦਾ, ਨਿੱਜੀ ਪਾਰਟੀ ਦਾ ਪੋਲੀਟੀਕਲ ਫਾਇਦਾ ਛੱਡ ਕੇ ਸੂਬੇ ਦੇ ਜਾਂ ਕਾਮਨ ਜਿਹੜੇ ਇੰਟਰਸਟ ਨੇ ਉਹ ਲੈ ਜਾਣ। ਉਦੋਂ ਉਸ ਦੇ ਉੱਤੇ ਵਿਚਾਰਧਾਰਾ ਹਮੇਸ਼ਾ ਹੁੰਦੀਆਂ ਰਹਿੰਦੀਆਂ, ਅਤੇ ਜੇ ਵਕਤ ਆਉਂਦਾ ਹੈ, ਵਕਤ ਆਊਗਾ, ਕਿਹੋ ਜਿਹਾ ਵਕਤ ਆਉਂਦਾ ਹੈ, ਉਹਦੇ ਲਈ ਬੜਾ ਕੁਝ ਸੋਚਿਆ ਜਾ ਸਕਦਾ ਹੈ। ਰਾਜਸਥਾਨ ਦੇ ਵਿੱਚ ਲਗਾਤਾਰ ਮੀਟਿੰਗਸ ਹੋ ਰਹੀ ਹੈ, ਵੱਡੇ ਵੱਡੇ ਉੱਥੇ ਪਹੁੰਚ ਰਹੇ ਨੇ ਲੀਡਰਸ। ਕਿਹਾ ਜਾ ਸਕਦਾ ਹੈ ਕਿ ਚੁਣਾਵ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਦੀ ਤਿਆਰੀ ਇੱਕ ਤਰ੍ਹਾਂ ਦੀ ਹੋ ਰਹੀ ਹੈ, ਉੱਥੇ ਬੈਠ ਕੇ ਸ਼ਾਂਤਮਈ ਤਰੀਕੇ ਦੇ ਨਾਲ ਕਿ ਕਿਆ ਹੋ ਸਕਦਾ ਹੈ, ਐਨਾਲਾਈਜ਼ ਕੀਤਾ ਜਾ ਰਿਹਾ, ਕਿਉਂਕਿ 4-5 ਦਿਨ ਰਹਿ ਚੁੱਕੇ ਨੇ। ਦੇਖੋ, ਕਰੜੀ ਮਿਹਨਤ ਤੋਂ ਬਾਅਦ ਹਰ ਕੋਈ ਆਰਾਮ ਕਰਦਾ ਹੈਗਾ। ਇਲੈਕਸ਼ਨ ਦੀ ਕਰੜੀ ਮਿਹਨਤ ਹੋਈ ਹੈ, ਉਹ ਘਰੇ ਬੈਠ ਕੇ ਤਾਂ ਉਂਗਲਾਂ ਭੰਨ ਕੇ ਕਦੇ ਆਹ ਜਿੱਤ ਗਿਆ, ਕਦੇ ਉਹ ਹਾਰ ਗਿਆ। ਅੱਛੀ ਗੱਲ ਹੈ ਕਿ ਰਾਜਸਥਾਨ ਸਾਡੀ ਸਰਕਾਰ ਵੀ ਹੈਗੀ ਹੈ, ਅਤੇ ਉੱਥੇ ਦਾ ਵੀ ਦੇਖਣ ਚੱਲੇ ਆ ਸਾਡੀ ਗੌਰਮੈਂਟ ਦਾ ਕੀ ਹੈ। ਉੱਥੇ ਮੌਸਮ ਵੀ ਅੱਜ ਰਾਜਸਥਾਨ ਦੇ ਜਾਣ ਵਾਲਾ ਹੀ ਹੈ, ਅਨੁਕੂਲ ਹੈ। ਇਸ ਕਾਰਨ ਕਰਕੇ ਜੇ ਉੱਥੇ ਸਾਡੇ ਸਿਆਸੀ ਆਪਣੇ ਕਾਂਗਰਸੀ ਪਾਰਟੀ ਗਏ ਨੇ, ਇਹ ਨਹੀਂ ਕਿ ਜਿਵੇਂ ਕਿਹਾ ਜਾ ਰਿਹਾ MLA ਚੱਕ ਲਏ, MLA ਲੁਕੋ ਲਏ। ਕਾਂਗਰਸ ਦੇ MLA ਨੂੰ ਕੋਈ ਖਤਰਾ ਨਹੀਂ, ਨਾ ਕੋਈ ਚੱਕ ਸਕਦਾ, ਨਾ ਡਰਾ ਸਕਦਾ, ਨਾ ਲਾਲਚ ਦੇ ਸਕਦਾ ਹੈਗਾ। ਸਾਨੂੰ ਇਹ ਨਹੀਂ ਹੈ। ਇਹ ਠੀਕ ਹੈ ਕਿ ਲਾਈਕ ਵੋਕੇਸ਼ਨ ਉੱਥੇ ਇਕੱਠੇ ਹੋਏ ਨੇ, ਸਿਆਸੀ ਪਿੰਡ ਦੇ ਵਿੱਚ ਇਕੱਠੇ ਹੋ ਕੇ ਸਿਆਸੀ ਗੱਲਾਂ ਵਿਚਾਰਾ ਹੁੰਦੀਆਂ ਹੀ ਨੇ ਸਿਆਸਤ ਦੇ ਕੋਲੇ। ਇਹ ਕੋਈ ਨਵੀਂ ਗੱਲ ਨਹੀਂ ਹੈ। ਇਹਨੂੰ ਐਵੇਂ ਹੀ ਰੰਗਤਾਂ ਕਈ ਤਰ੍ਹਾਂ ਦੀਆਂ ਦਿੰਦੇ ਆ ਲੋਕ। ਅਗਰ ਆਖਰੀ ਸਵਾਲ ਹੈ ਮੈਮ, ਅਗਰ ਆਪ ਦੀ ਜਿਵੇਂ ਸੀਟਸ ਅਗਰ ਉਹਨਾਂ ਦੀ ਜ਼ਿਆਦਾ ਆ ਜਾਂਦੀਆਂ ਹੈ, ਅਗਰ ਉਹ ਤੁਹਾਨੂੰ ਰੈਫਰ ਕਰਦੇ ਨੇ ਕਿ ਹਾਂ ਸਾਡੇ ਨਾਲ ਗੱਠਜੋੜ ਕਰੋ, ਇੰਨੇ ਸਾਨੂੰ ਤੁਹਾਡੇ MLA ਚਾਹੀਦੇ ਨੇ, ਹੋ ਜਾਏਗਾ? ਸਾਡੀ ਪਾਰਟੀ ਹਾਈ ਕਮਾਂਡ ਬੜੀ ਸਮਝਦਾਰ ਹੈ, ਬੜਾ ਅੱਛਾ ਤਜਰਬਾ ਹੈ। ਅਸੀਂ ਤਾਂ ਓਪੀਨੀਅਨ ਦੇਣ ਵਾਲੇ ਹਾਂ, ਡਿਸੀਜਨ ਸਾਡੀ ਪਾਰਟੀ ਨੇ ਕਰਨੇ ਆ।
ਅਸੀਂ ਡਿਸੀਜਨ ਇਸ ਤਰ੍ਹਾਂ ਕਹਿੰਦੇ ਆ ਕਿ ਅਸੀਂ ਜਿਹੜੇ ਪਾਸ ਦੇ ਵਿੱਚ ਹੋਏ ਆ ਅਸੀਂ ਉਹ ਆਪਣੇ ਐਕਸਪੀਰੀਅੰਸ ਦੱਸ ਸਕਦੇ ਆ ਤੇ ਕੀ ਕਰਨਾ ਹੈ ਕੀ ਨਹੀਂ ਕਰਨਾ ਉਹ ਦੈਟ ਇਜ਼ ਦਾ ਪ੍ਰੋਰੋਗੇਟਿਵ ਆਫ ਪਾर्टी ਦਾ। मैम एक फिर बोल रही आखिरी सवाल है, यूक्रेन वाला मसला बहुत ज़्यादा है और आरोप ज़रूर लगाए जा रहे ने, बच्चे बाहरों आ रहे ने, ਕ੍ਰੈਡਿਟ ਵਾਰ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ। ਕਿਵੇਂ ਤੁਸੀਂ ਦੇਖਦੇ ਹੋ ਇਸ ਨੂੰ ਲੈ ਕੇ? ਐਮਪੀ ਵੱਲੋਂ ਵੀ ਕਾਂਗਰਸ ਦੇ ਉੱਪਰ ਤੰਜ ਵੀ, ਐਮਪੀ ਜਿਹੜੇ ਕਾਂਗਰਸ ਦੇ ਉਹਨਾਂ ਨੇ ਹੀ ਤੰਜ ਕੱਸਿਆ, ਹਾਲਾਂਕਿ ਮੀਟਿੰਗ ਹੋ ਕੇ ਹਟੀ ਹੈ, ਹਾਲ ਹੀ ਵਿੱਚ ਸੀਐਮ ਵੱਲੋਂ ਮੀਟਿੰਗ ਵੀ ਲਿੱਤੀ ਗਈ ਹੈ। ਨਹੀਂ ਲੱਗਦਾ ਕਿ ਤੰਜ ਕਸਣ ਤੋਂ ਜਾਂ ਫਿਰ ਪਾਰਟੀਆਂ ਨੂੰ ਆਰੋਪ ਪ੍ਰਤਰੋਪ ਤੋਂ ਉੱਠ ਕੇ ਇਕੱਠੇ ਹੋ ਕੇ ਔਰ ਆਪਣੇ ਭਾਰਤੀਆਂ ਦੀ ਜਾਨ ਬਚਾਉਣੀ ਚਾਹੀਦੀ ਜ਼ਿਆਦਾ ਜ਼ਰੂਰੀ ਹੈ? ਦੇਖੋ ਇੱਕ ਤਾਂ ਬਹੁਤ ਹੀ ਜਿਹੜਾ ਯੂਕਰੇਨ ਦਾ ਬੜਾ ਮੰਦਭਾਗੀ ਘਟਨਾ ਇਹ ਦਿਲ ਹਿਲਾਊ ਹੈ, ਬੜਾ ਭਾਰੀ ਨੁਕਸਾਨ ਹੋਇਆ ਤੇ ਸਾਨੂੰ ਇਹ ਸਿਆਸਤ ਕਰਨ ਨੂੰ ਬੜੇ ਸਮੇਂ ਪਏ ਨੇ, ਦੂਸ਼ਣਬਾਜ਼ੀਆਂ ਕਰਨ ਨੂੰ ਬੜੇ ਮੌਕੇ ਪਏ ਨੇ, ਬੜੇ ਇਸ਼ੂ ਪਏ ਨੇਗੇ। ਇਸ ਇਸ਼ੂਆਂ ਤੇ ਮੈਂ ਤਾਂ ਇਕੱਲੀ ਸਾਡੀ ਪਾਰਟੀ ਕਿ ਮੈਂ ਸਾਰਿਆਂ ਨੂੰ ਕਹਿੰਦੀ ਹਾਂ, ਜਿਵੇਂ ਮੈਂ ਸਾਰੇ NRIs ਨੂੰ ਜਿਹੜੇ ਸਾਡੇ ਓਵਰਸੀਜ਼ ਕਾਂਗਰਸ ਦੇ ਲੋਕ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਭਾਵੇਂ ਗਵਰਨਮੈਂਟ ਆਫ ਇੰਡੀਆ ਥੋੜੀ ਡਿਲੇ ਕੀਤਾ, ਇਹਨਾਂ ਨੇ ਫੇਲ ਹੋਏ ਹੈ, ਨੁਕਸਾਨ ਹੋਇਆ, ਵੇਲੇ ਸਿਰ ਫਰਜ਼ ਨਹੀਂ ਪੂਰਾ ਕਰ ਸਕੇ। ਸਾਨੂੰ ਆਪਣੇ ਸਾਰੇ NRIs ਉੱਥੇ ਆਉਣ, ਆ ਕੇ ਉੱਥੇ ਬਾਰਡਰਾਂ ਦੇ ਨਾਲ ਲੱਗਦਿਆਂ ਤੇ ਬੈਠ ਕੇ ਸਾਡੇ ਪੰਜਾਬੀਆਂ ਦੀ, ਸਾਡੇ ਹਿੰਦੁਸਤਾਨੀਆਂ ਦੀ ਮਦਦ ਕਰਨ, ਆਪੋ ਆਪਣੇ ਸਟੇਟਾਂ ਦੀ। ਸਾਡਾ MP ਵੀ ਗਏ ਆ ਉੱਥੇ ਤੇ ਜਾ ਕੇ ਦਿੱਲੀ 'ਚ ਵੀ ਮਿਲੇ ਹੈ। ਤੇ ਦੂਜੇ ਪਾਸੇ ਮੈਂ ਸਮਝਦੀ ਹਾਂ ਕਿ ਬਹੁਤ ਵੱਡੀ ਇਹਦੇ 'ਚ ਕਮੀ ਰਹੀ ਹੈ ਗਵਰਨਮੈਂਟ ਆਫ ਇੰਡੀਆ ਤੋਂ। ਬਾਕੀ ਦੇ ਕੰਟਰੀਜ਼ ਨੇ ਬਹੁਤ ਹਫ਼ਤੇ ਪਹਿਲਾਂ ਆਪੋ ਆਪਣੇ ਹਾਂ ਸਾਰੇ ਆਪਣੇ ਸਿਟੀਜ਼ਨਸ ਨੂੰ ਲੈ ਗਏ ਆ ਪਹਿਲਾਂ ਹੀ ਕੱਢ ਕੇ, ਤੇ ਇਹ ਸਾਡੇ ਸੁੱਤੇ ਰਹੇ। ਬਲਕਿ ਇੱਥੇ ਦੀਆਂ ਫਲਾਈਟਾਂ ਸਾਡੇ ਬੱਚਿਆਂ ਤੋਂ 3 4 ਗੁਣਾ ਜ਼ਿਆਦਾ ਜਿਹੜੇ ਟਿਕਟ ਸੀ 에ਅਰ ਟਿਕਟ ਉਹਨਾਂ ਦੇ ਪੈਸੇ ਗ੍ਰਾਹੀ ਕਰਦੇ ਨੇ। ਜੇ ਸਟੂਡੈਂਟ ਤਾਂ ਹੈਂਡ ਟੂ ਮਾਊਥ ਹੁੰਦਾ ਹੈਗਾ, ਉਹਦੇ ਕੋਲ ਪੈਸਾ ਨਹੀਂ ਹੁੰਦਾ, ਕੋਈ ਟੌਰਚਰ ਕੀਤਾ ਗਿਆ ਤੇ ਇਹਨਾਂ ਨੇ ਆਪਣੀ ਗੈਰ ਜ਼ਿੰਮੇਵਾਰੀ ਦਿਖਾਈ ਹੈ। ਇਹ ਆਪਣੀ ਸੱਤਾ ਪ੍ਰਾਪਤ ਕਰਨ ਦੀਆਂ ਇਲੈਕਸ਼ਨਾਂ 'ਚ ਲੱਗੇ ਰਹੇ ਨੇਗੇ। ਹੁਣ ਇਹਨਾਂ ਨੇ 4 ਵਜ਼ੀਰ ਭੇਜੇ ਹੈਗੇ ਹੈ, ਉਹਨੂੰ ਪੋਲੀਟੀਕਲਾਈਜ਼ ਕੀਤਾ ਜਾ ਰਿਹਾ ਹੈਗਾ, ਉੱਥੇ ਪੋਲੀਟੀਕਲ ਡਰਾਮੇ ਕੀਤੇ ਜਾ ਰਹੇ ਨੇ। ਇਹ ਮੋਦੀ ਸਾਹਿਬ ਦੇ ਕਹਿਣ 'ਤੇ ਆਏ, ਮੋਦੀ ਸਾਹਿਬ ਦੇ ਕਹਿਣ 'ਤੇ ਆਏ। ਲੋਕ ਡਰ ਦੇ ਵਿੱਚ, ਸਹਿਮ ਦੇ ਵਿੱਚ, ਭੁੱਖ ਦੇ ਵਿੱਚ, ਚਿੰਤਾ 'ਚ ਬੈਠੇ ਨੇ। ਕਿੰਨੇ ਹਜ਼ਾਰ ਕਿਲੋਮੀਟਰ ਤੁਰ ਕੇ ਆ ਰਹੇ ਨੇ। ਤੁਸੀਂ ਉੱਥੇ ਉਹਨਾਂ ਨੂੰ ਖੜਾ ਕੇ ਪਹਿਲਾਂ ਇਹ ਭਾਸ਼ਣ ਸੁਣਾਉਂਦੇ ਹੋ, ਉਹ ਡਿੱਗਦੇ ਤੁਰੇ ਜਾ ਰਹੇ ਆ ਵਿਚਾਰੇ। ਤੁਸੀਂ ਉੱਥੇ ਮੈਡੀਕਲ ਟੀਮਾਂ ਲੈ ਕੇ ਬੈਠੋ, ਤੁਸੀਂ ਉੱਥੇ ਫੂਡ ਲੈ ਕੇ ਪਹੁੰਚੋ, ਤੁਸੀਂ ਆਰਾਮ ਦੇ ਉੱਥੇ ਨਾਲ ਜਿਹੜੇ ਹੁੰਦੇ ਫੋਲਡਿੰਗ ਰੋਡਨ ਵਾਲੇ ਬੈੱਡ ਲੈ ਕੇ ਪਹੁੰਚੋ, ਇੱਕਦਮ ਉਹ ਰੈਸਟ ਕਰ ਸਕਣ, ਕੋਈ ਢਿੱਲਾ ਮੱਠਾ ਤਾਂ ਨਹੀਂ। ਉਹਨਾਂ ਨੂੰ ਅੱਛੀ ਸੁਵਿਧਾ ਦਿਓ, ਸੁਵਿਧਾਵਾਂ ਦਿਓ, ਸਾਰੀਆਂ ਇਹ ਦਿਓ। ਔਰ ਤੁਸੀਂ ਉੱਥੋਂ ਦੇ ਜਿਹੜੇ ਕੰਟਰੀਜ਼ ਦੇ ਹੈਗੇ ਨੇ ਪ੍ਰਾਈਮ ਮਿਨਿਸਟਰ, ਚਾਹੇ ਰਸ਼ੀਆ ਦਾ ਹੈ, ਚਾਹੇ ਉਹ ਯੂਕਰੇਨ ਦਾ ਹੈ, ਉਹਨਾਂ ਨਾਲ ਗੱਲ ਕਰਕੇ ਕਿ ਸਾਡੇ ਇਸ ਖਿੱਤੇ 'ਚ ਬੰਦੇ ਇਕੱਠੇ ਨੇ, ਪਤਾ ਕਰਕੇ ਆਪਦੀਆਂ ਤੁਸੀਂ ਉਸ ਥਾਵਾਂ 'ਤੇ ਹੈਲੀਕਾਪਟਰ ਜਾਂ ਕੁਛ ਹੋਰ ਭੇਜ ਕੇ ਉਹਨੂੰ ਕੱਢ ਕੇ ਲਿਆਓ। ਤੁਹਾਨੂੰ ਚਾਹੀਦਾ ਸੀ ਇਸ ਤੋਂ ਪਹਿਲਾਂ ਹੀ ਆਪਣੀਆਂ ਅੰਬੈਸੀਆਂ ਨੂੰ, ਜੇ ਤੁਸੀਂ ਇਲੈਕਸ਼ਨਾਂ ਤੁਹਾਨੂੰ ਪਹਿਲ ਸੀ, ਪ੍ਰਾਇਓਰਟੀ ਸੀ, ਜ਼ਰੂਰੀ ਨਹੀਂ ਕਿ ਮਿਨਿਸਟਰਾਂ ਨੇ ਜਾਣਾ ਹੈ, ਥੋੜੀ ਸੀਨੀਅਰ ਬਿਊਰੋਕ੍ਰੇਸੀ ਜਾਂਦੀ, ਬਾਕੀ ਸਟੇਟਾਂ ਦੇ ਗਵਰਨਰ ਜਾਂ ਹੋਰ ਜਾਂਦੇ। ਤੁਸੀਂ ਈਵਨ ਫਾਈਨੈਂਸਿਸ ਤੌਰ 'ਤੇ ਜਿਹੜੀ ਤੁਹਾਡੀ ਅੰਬੈਸੀ ਹੈ ਉਹਨਾਂ ਕੋਲ ਤਾਂ ਰੂਟੀਨ ਦੇ ਹੋਈ ਸਾਲਾਨਾ ਖਰਚੇ ਹੁੰਦੇ ਆ, ਤੁਹਾਨੂੰ ਐਕਸਟਰਾ ਪੈਸਾ ਭੇਜਣਾ ਚਾਹੀਦਾ ਸੀ ਕਿ ਇਲਾਜ ਲਈ, ਗੱਡੀਆਂ ਲਈ, ਟੈਕਸੀਆਂ ਲਈ, ਬੱਚਿਆਂ ਨੂੰ ਸਾਂਭਣ ਲਈ, ਕਮਰਿਆਂ ਲਈ, ਹੋਟਲਾਂ ਲਈ ਤੁਹਾਨੂੰ ਆਹ ਪੈਸਾ ਭੇਜਿਆ ਜਾਂਦਾ ਹੈ, ਜਿਹੜਾ ਨਹੀਂ ਭੇਜਿਆ ਇਹਨਾਂ ਨੇ। ਤੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਬੁਰੀ ਤਰ੍ਹਾਂ ਨਾਲ ਭਾਰਤ ਦੀ ਸਰਕਾਰ ਫੇਲ ਹੋਈ ਹੈ। ਮੈਂ ਅਜੇ ਵੀ ਕਹਿੰਦੀ ਹਾਂ ਕਿ ਨੁਕਸਾਨ ਤਾਂ ਹੋ ਗਿਆ, ਜਿਹੜਾ ਹੋਇਆ ਬਹੁਤ ਭਾਰੀ, ਮਾਫ ਨਹੀਂ ਕਰਨਗੇ ਸਾਡੇ ਹਿੰਦੁਸਤਾਨੀ ਜਿਹੜੇ ਹੈਗੇ ਨੇ ਕਿ ਇਹ ਆਪਣੀ ਸਿਆਸਤ ਦੇਖਦੇ ਰਹੇ BJP ਵਾਲੇ। ਲੇਕਿਨ ਹੁਣ ਵੀ ਮੈਂ ਇਹਨਾਂ ਨੂੰ ਕਹਿੰਦੀ ਹਾਂ ਕਿ ਇਹਨਾਂ ਨੂੰ ਜੋ ਨੁਕਸਾਨ ਉੱਥੇ ਛੱਡ ਕੇ, ਪੜ੍ਹਾਈਆਂ ਵਿਚਾਲੇ ਛੱਡ ਕੇ ਇੱਥੇ ਆ ਗਏ ਹੈ, ਪੜ੍ਹਨਾ ਹੈ, ਦੁਬਾਰਾ ਸ਼ੁਰੂ ਕਰਨਾ ਹੈ, ਰੀਸੈਟਲ ਹੋਣਾ ਹੈ। ਤੇ ਇਹ ਹਮੇਸ਼ਾ ਸਰਕਾਰਾਂ ਰੀਸੈਟਲਮੈਂਟ ਦੇ ਦਿੰਦੀਆਂ ਰਹੀਆਂ ਪੈਕੇਜ, ਜਿਹੜੇ ਸਟੇਟ ਦੇ ਮਾਮਲੇ ਸਟੇਟ 'ਚ, ਕਿਉਂਕਿ ਕੰਟਰੀ ਦਾ ਮਾਮਲਾ ਹੈ। ਇੱਥੇ ਇਹਨਾਂ ਨੂੰ ਆਰਥਿਕ ਪੈਕੇਜ ਦੇਣਾ ਚਾਹੀਦਾ। ਉਹਦੇ ਵਿੱਚ ਸਾਰਾ ਕੁਝ, ਜਿਹੜੇ ਟਿਕਟਾਂ ਲਾ ਕੇ ਆ ਗਏ ਉਹ ਵੀ, ਉਹਨਾਂ ਦੇ ਖਰਚੇ ਵੀ, ਜਿੰਨਾ ਜੋ ਸਿਚੁਏਸ਼ਨ ਦੇ ਮੁਤਾਬਕ ਕੇਸ ਬਾਏ ਕੇਸ ਕਰਕੇ ਸਾਰਾ ਇਹਨਾਂ ਨੂੰ ਆਪਣਾ ਇਹ ਸਾਰਾ ਕੁਝ ਮਦਦ ਕਰਨੀ ਚਾਹੀਦੀ ਹੈ। ਅਤੇ ਜ਼ਿੰਦਗੀ ਬਚਾ ਕੇ ਉਹਨਾਂ ਸਾਰੀਆਂ ਪੜ੍ਹਾਈਆਂ ਦੀ ਗਰੰਟੀ ਲੈਣੀ ਚਾਹੀਦੀ ਹੈ ਕਿ ਰਹਿੰਦੀ ਜਿਹੜੀ ਰਿਮੇਨਿੰਗ ਐਜੂਕੇਸ਼ਨ ਹੈ ਅਸੀਂ ਸਰਕਾਰੀ ਖਰਚੇ 'ਤੇ ਪੂਰੀ ਕਰਾਵਾਂਗੇ। ਇਸੇ ਸਾਈਡ ਨਾਲ ਗੱਲ ਕਰਨ ਦੇ ਲਈ ਰਜਿੰਦਰ ਕੌਰ ਭੱਠਲ ਮੈਮ, ਜਿਨ੍ਹਾਂ ਨੇ ਜ਼ਰੂਰ ਬੋਲਿਆ ਹੈ ਕਿ ਸਭ ਨੂੰ ਇਕੱਠਾ ਹੋਣਾ ਚਾਹੀਦਾ ਹੈ। ਇਸ਼ੂ ਪੰਜਾਬ ਦਾ ਹੈ, ਇਸ਼ੂ ਦੇਸ਼ ਦਾ ਹੈ। ਹਰ ਇਸ਼ੂ ਦੇ ਉੱਪਰ ਇਕੱਠੇ ਹੋ ਕਰ ਹੀ ਸਾਰੀਆਂ ਸਰਕਾਰਾਂ ਨੂੰ ਅੱਗੇ ਜਾਣੇ, ਕ੍ਰੈਡਿਟ ਵਾਰ ਦੇ ਵਿੱਚ ਨਹੀਂ ਪੈਣਾ ਚਾਹੀਦਾ। ਇਸ ਸਮੇਂ ਜ਼ਰੂਰਤ ਹੈ ਆਪਣੇ ਭਾਰਤ ਨੂੰ ਬਚਾਉਣ ਦੀ। ਕੈਮਰਾਮੈਨ ਦੀਪ ਦੇ ਨਾਲ ਅਮਨਪ੍ਰੀਤ ਕੌਰ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ।